ਤੇ ਤੁਸੀਂ ਵੀ ਆਮ ਇਨਸਾਨ ਤਾਂ ਨਹੀਂ ਬਣਨ ਦੀ ਕੋਸ਼ਿਸ਼ ਕਰ ਰਹੇ ਕਿ ਮੈਂ ਵੀ ਆਮ ਬੰਦਾ, ਜਿਹਦਾ ਚਰਨਜੀਤ ਸਿੰਘ ਚੰਨੀ ਭਗਵੰਤ ਮਾਨ ਕਹਿੰਦੇ ਆ ਕਿ ਅਸੀਂ ਤਾਂ ਆਮ ਬੰਦੇ ਆ, ਅਸੀਂ ਤਾਂ ਆਮ ਪਰਿਵਾਰਾਂ ਚੋਂ ਆ, ਤਾਂ ਚੋਪੜੀ ਵੀ ਤਾਂ ਨਹੀਂ ਬਣਾਈ। ਆਮ ਆਦਮੀ ਪਾਰਟੀ ਦੀ ਮੈਂ ਗੱਲ ਕਰਾਂ, ਉਹਨਾਂ ਨੇ ਇਹ ਨਟੰਕੀ ਕੀਤੀ ਸੀ ਆਮ ਆਦਮੀ ਪਾਰਟੀ ਨਿਸ਼ਾਨ ਰੱਖ ਕੇ, ਨਾਮ ਰੱਖ ਕੇ, ਲੇਕਿਨ ਅੱਜ ਉਹ ਆਮ ਆਦਮੀ ਨਹੀਂ ਹੈ, ਖਾਸ ਆਦਮੀ ਪਾਰਟੀ ਬਣ ਗਈ। ਜਿੰਨੇ ਕਾਂਗਰਸ ਦੇ ਵੱਡੇ ਲੀਡਰ ਸੀ ਉਹਨਾਂ ਸਾਰਿਆਂ ਨੂੰ ਟਿਕਟਾਂ ਦਿੱਤੀਆਂ। ਆਮ ਆਦਮੀ ਦਾ ਤਾਂ ਮਤਲਬ ਹੁੰਦਾ ਇਹ ਝੁੱਗੀ ਹੈ, ਇਹ ਝੁੱਗੀ ਇੱਥੇ ਵੱਸਦਾ ਅੰਬੇਦਕਰਵਾਦ। ਅੰਬੇਦਕਰਵਾਦ ਜਿਹੜਾ ਅਸਮਾਨਤਾਵਾਦੀ ਵਿਵਸਥਾ ਦੀ ਗੱਲ ਕਰਦਾ, ਜਿਹੜਾ ਗੈਰ ਬਰਾਬਰੀ ਨੂੰ ਖਤਮ ਕਰਨ ਦੀ ਗੱਲ ਕਰਦਾ। ਕਾਂਗਰਸ ਨੇ 5 ਸਾਲਾਂ ਦੇ ਵਿੱਚ ਮੈਨੂੰ ਕੋਈ ਵੀ ਮਾਣ ਸਨਮਾਨ ਨਹੀਂ ਦਿੱਤਾ। ਰਾਹੁਲ ਗਾਂਧੀ ਜੀ ਨੇ ਤੁਰੰਤ ਮੇਰੇ ਸਾਹਮਣੇ ਖੜੇ ਹੋ ਕੇ ਫੋਨ ਕੀਤਾ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੂੰ, ਜਾਖੜ ਸਾਹਿਬ ਲਾਲੀ ਜੀ ਮੇਰੇ ਕੋਲ ਖੜੇ ਆ, ਨਾਲ ਉਹਨਾਂ ਦੇ ਲੋਕ ਆਏ, ਇਹ ਪਾਰਟੀ ਲਈ ਬਹੁਤ ਵਧੀਆ ਕੰਮ ਕਰ ਸਕਦੇ ਆ, ਇਹਨਾਂ ਨੂੰ ਜ਼ਿੰਮੇਵਾਰੀ ਦਿਓ। ਲੇਕਿਨ ਰਾਹੁਲ ਗਾਂਧੀ ਜੀ ਦੇ ਫੋਨ ਦਾ ਜਾਖੜ ਸਾਹਿਬ ਉੱਤੇ ਕੋਈ ਅਸਰ ਨਹੀਂ। ਲੇਕਿਨ 5 ਸਾਲ ਲਾਲੀ ਦੀ ਕੋਈ ਕਦਰ ਨਹੀਂ ਪਾਈ ਕਾਂਗਰਸ ਨੇ। ਕਾਂਗਰਸ ਪਾਰਟੀ ਦਾ ਰਵਨੀਤ ਸਿੰਘ ਬਿੱਟੂ, ਸਾਡੇ ਕੁਲਦੀਪ ਵੈਦ ਜੀ, ਸਾਡੇ ਸੰਜੇ ਤਲਵਾੜ ਜੀ, ਇਹ ਪਿਛਲੇ 2-3 ਸਾਲਾਂ ਤੋਂ ਮੇਰੇ ਲੋਕਾਂ ਦੀਆਂ ਸਭਾਵਾਂ ਦੇ ਵਿੱਚ ਆ ਕੇ ਓਪਨਲੀ ਇਹ ਗੱਲਾਂ ਕਹਿ ਕੇ ਗਏ ਕਿ ਰਮਨਜੀਤ ਲਾਲੀ ਨੂੰ ਅਸੀਂ ਚੇਅਰਮੈਨ ਲਾ ਰਹੇ ਹਾਂ। ਅੱਜ ਤੱਕ ਕੋਈ ਚੇਅਰਮੈਨ ਹੀ ਨਹੀਂ। ਕਾਂਗਰਸ ਪਾਰਟੀ ਮੈਨੂੰ ਐਵੇਂ ਹੀ ਸਮਝਦੀ ਹੈ ਨਾ, ਕੋਈ ਜ਼ਿੰਮੇਵਾਰੀ ਨਹੀਂ, ਕੋਈ ਚੇਅਰਮੈਨ ਹੀ ਨਹੀਂ, ਕੋਈ ਕੁਛ ਨਹੀਂ, ਕੋਈ ਟਿਕਟ ਨਹੀਂ। ਵੀ ਮੈਨੂੰ ਐਂ ਲੱਗਦਾ ਵੀ ਮੈਂ ਇਹਨਾਂ ਦੇ ਨਾਲ ਚਿੰਬੜਿਆ ਹੋਇਆ। ਮੈਂ ਇਹ ਚਾਹੁੰਦਾ ਸੀ ਕਿ ਰਮਨਜੀਤ ਲਾਲੀ ਉਸ ਜਗ੍ਹਾ ਤੇ ਜਾਵੇ ਜਿੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਪਿਆ, ਜਿੱਥੇ ਗਰੀਬਾਂ ਦੀਆਂ ਤਕਦੀਰਾਂ ਦੇ ਫੈਸਲੇ ਹੁੰਦੇ ਆ। ਇਸ ਵਾਰ ਕਾਂਗਰਸ ਪਾਰਟੀ 'ਚ ਹੁੰਦੇ ਤਾਂ ਕਿਸ ਦਾ ਸਮਰਥਨ ਕਰਦੇ? ਇੱਕ ਗੱਲ ਕਹੀ ਸੀ ਕਿ ਕਾਂਗਰਸ ਨਾਲ ਮੇਰਾ ਵੈਰ ਨਹੀਂ, ਰਕੇਸ਼ ਪਾਂਡੇ ਤੇਰੀ ਖੈਰ ਨਹੀਂ। ਬਾਨਵੇਂ ਤੋਂ ਲੈ ਕੇ 11 ਤੱਕ ਦੇਖ ਲਾ, ਜਸਨੂਰ 19 ਸਾਲ ਹੋ ਗਏ, ਉੱਥੇ ਨੀਂਹ ਪੱਥਰ ਪਿਆ ਸੀ। ਉਦੋਂ ਪਾਂਡੇ ਸਾਹਿਬ ਨੂੰ ਯਾਦ ਨਹੀਂ ਆਈ ਅੰਬੇਦਕਰ ਭਵਨ ਬਣਾਉਣ ਦੀ। ਹੁਣ ਜਦੋਂ ਉਹ ਬਣ ਗਿਆ ਤੇ ਪਾਂਡੇ ਸਾਹਿਬ ਉਹਦੇ ਰੈਪਰ ਜੇ ਛਪਾ ਕੇ ਨਾ, ਪੰਫਲੇਟ ਛਪਾ ਕੇ ਲੋਕਾਂ ਨੂੰ ਘਰਾਂ ਦੇ ਵਿੱਚ ਵੰਡ ਰਿਹਾ ਕਿ ਇਹ ਡਾਕਟਰ ਅੰਬੇਡਕਰ ਭਵਨ ਪਾਂਡੇ ਸਾਹਿਬ ਦੀ ਮਿਹਨਤ ਦੀ ਬਦੌਲਤ ਬਣ ਗਿਆ। ਮੈਂ ਉਹਨਾਂ ਨੂੰ ਕਿਹਾ ਚੰਨੀ ਸਾਹਿਬ ਮੈਂ ਕੁਝ ਗੱਲਾਂ ਕਰਨੀਆਂ 2-4 ਮਿੰਟ ਵਾਸਤੇ ਸਟੇਜ ਦੇ ਉੱਤੇ, ਜਿਹਦੇ ਨਾਲ ਕੌਮ ਦਾ ਔਰ ਅੰਬੇਦਕਰ ਭਵਨ ਦਾ ਫਾਇਦਾ ਹੋ ਜਾਏਗਾ, ਲੋਕਾਂ ਦਾ ਫਾਇਦਾ ਹੋ ਜੂ। ਕਹਿੰਦੇ ਕਰ ਲਈ। ਲੇਕਿਨ ਮੈਨੂੰ ਉੱਥੇ ਇਹਨਾਂ ਦੀ ਕੋਸ਼ਿਸ਼ ਸੀ ਪਾਂਡੇ ਸਾਹਿਬ ਦੀ ਵੀ ਇਹ ਸਟੇਜ ਤੇ ਵੀ ਨਾ ਚੜ੍ਹੇ, ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਫਿਰ ਮੈਂ ਵੀ ਗਾਂਧੀ ਵਾਂਗੂ ਪ੍ਰਣ ਕੀਤਾ ਕਿ ਤੁਸੀਂ ਮੈਨੂੰ ਆਪਣੀ ਸਟੇਜ ਤੋਂ ਨਹੀਂ ਬੋਲਣ ਦਿੱਤਾ, ਤੁਸੀਂ ਮੈਨੂੰ ਸਟੇਜ ਤੇ ਨਹੀਂ ਚੜ੍ਹਨ ਦਿੱਤਾ, ਤੁਸੀਂ ਉਸ ਉਦਘਾਟਨੀ ਪਲੇਟ ਦੇ ਵਿੱਚੋਂ ਰਮਨਜੀਤ ਲਾਲੀ ਨੂੰ ਕੱਢਿਆ। ਤੇ ਮੈਂ ਵੀ ਪ੍ਰਣ ਕਰਦਾ ਕਿ ਆ ਫਰਵਰੀ ਦੇ ਵਿੱਚ ਇਲੈਕਸ਼ਨ ਆ ਰਹੇ ਆ, ਮੈਂ ਵੀ ਤੁਹਾਨੂੰ ਇਸ ਵਿਧਾਨ ਸਭਾ ਦੇ ਵਿੱਚੋਂ ਕੱਢੂੰਗਾ। ਜਿਸ ਨੇ ਵੀ ਮੈਨੂੰ ਕੋਈ ਆਪਣੀ ਦੁੱਖ ਤਕਲੀਫ ਦੱਸੀ ਹੈ, ਮੈਂ ਉਸ ਨੂੰ ਆਪਣੇ ਸਕੂਟਰ ਤੇ ਆਪਣੀ ਗੱਡੀ ਤੇ ਬਿਠਾ ਕੇ ਨਾਲ ਲੈ ਕੇ ਗਿਆ। ਕਦੀ ਕਿਸੇ ਦੇ ਕੋਲੋਂ ਚਾਹ ਦਾ ਕੱਪ ਵੀ ਨਹੀਂ ਪੀਤਾ। ਆ ਝੌਂਪੜੀ ਬਣਾਉਣਾ ਮੁੱਖ ਚੋਣ ਦਫ਼ਤਰ ਵੱਲੋਂ ਇਹ ਕਿਸ ਤਰ੍ਹਾਂ ਦਿਮਾਗ 'ਚ ਆਇਆ ਕਿ ਇਹੋ ਜਿਹਾ ਸਟਾਈਲ ਲੈ ਕੇ ਆਉਣਾ? ਮੈਂ ਨਵੀਂ ਜਨਰੇਸ਼ਨ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਆਪਣਾ ਇਤਿਹਾਸ ਇਹ ਹੈ। ਮੇਰੇ ਮਨ ਦੇ ਵਿੱਚ ਜਸਨੂਰ ਕਦੀ ਨਹੀਂ ਸੀ ਕਿ ਮੈਂ ਇਲੈਕਸ਼ਨ ਲੜਨਾ। 13 ਜਨਵਰੀ ਨੂੰ ਕੋਈ ਆਕਾਸ਼ਬਾਣੀ ਹੁੰਦੀ, ਉੱਠ ਜਾਗ, ਕੌਮ ਦੀ ਤਰਜਮਾਨੀ ਕਰਨੀ ਹੈ, ਗਰੀਬਾਂ ਦੇ ਹੱਕਾਂ ਅਧਿਕਾਰਾਂ ਦੀ ਗੱਲ ਕਰਨੀ ਹੈ, ਦੱਬੇ ਕੁਚਲੇ ਲੋਕਾਂ ਦੇ ਲਈ ਲੜਨਾ ਹੈ, ਖੜਨਾ ਹੈ। ਉੱਠ ਇਸ ਪ੍ਰਕਿਰਿਆ ਦੇ ਵਿੱਚ ਲੱਗ। ਉਸ ਬੁੱਢੇ ਨਾਲੇ ਨੂੰ, ਗੰਦੇ ਨਾਲੀ ਨੂੰ ਮੇਰਾ ਪ੍ਰਤਿਗਿਆ ਕਿ ਬੁੱਢੇ ਦਰਿਆ 'ਚ ਤਬਦੀਲ ਕਰਨਾ। ਮੇਰੇ ਹਜ਼ਾਰਾਂ ਸਮਰਥਕ, ਅਸੀਂ ਕਿਸੇ ਦੀ ਪਰਵਾਹ ਨਹੀਂ ਕਰਨੀ। ਗੌਰਮੈਂਟ ਮਦਦ ਕਰੇ ਨਾ ਕਰੇ, ਪ੍ਰਾਈਵੇਟ ਸੈਕਟਰ ਤੋਂ ਮਦਦ ਲੈ ਕੇ ਬੁੱਢੇ ਨਾਲੇ ਨੂੰ ਕਲੀਨ ਸਾਫ਼ ਜੇ ਨਾ ਜਿੱਤੇ ਫਿਰ ਵੀ ਕਰੋ। ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ, ਮੈਂ ਹਾਂ ਜਸਨੂਰ ਤਵਨ। ਪੰਜਾਬ ਦੇ ਵਿੱਚ ਵੋਟਾਂ ਪੈ ਚੁੱਕੀਆਂ ਨੇ
ਜਿਸ ਦੇ ਨਾਲ ਹੀ 10 ਮਾਰਚ ਨੂੰ ਉਮੀਦਵਾਰਾਂ ਦੇ ਭਵਿੱਖ ਦਾ ਤੇ ਪੰਜਾਬ ਦੇ ਭਵਿੱਖ ਦਾ ਫੈਸਲਾ ਹੋਵੇਗਾ। ਪਰ ਇਸ ਦੌਰਾਨ ਕਈ ਉਮੀਦਵਾਰ ਪਾਰਟੀਆਂ ਛੱਡ ਕੇ ਆਜ਼ਾਦ ਉਮੀਦਵਾਰ ਵੱਲੋਂ ਚੋਣ ਮੈਦਾਨ 'ਚ ਲੜੇ ਨੇ। ਕਈ ਨਾਰਾਜ਼ ਹੋ ਗਏ ਪਾਰਟੀਆਂ 'ਚੋਂ ਕਿਉਂਕਿ ਟਿਕਟ ਨਹੀਂ ਮਿਲੀ, ਕਿਸੇ ਗਰੀਬੀਆਂ ਨੂੰ ਟਿਕਟ ਦੇ ਦਿੱਤੀ ਗਈ। ਤਾਂ ਜਿਸ ਤੋਂ ਬਾਅਦ ਲੁਧਿਆਣਾ 'ਚੋਂ ਇੱਕ ਵੱਖ ਤੇ ਅਨੋਖੀ ਜਿਹੀ ਤਸਵੀਰ ਦੇਖਣ ਨੂੰ ਮਿਲਦੀ ਹੈ, ਜਿੱਥੇ ਲੁਧਿਆਣਾ ਹਲਕਾ ਉੱਤਰੀ ਤੋਂ ਇੱਕ ਆਜ਼ਾਦ ਉਮੀਦਵਾਰ ਦੇ ਵਜੋਂ ਰਮਨਜੀਤ ਲਾਲੀ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਤੇ ਮੁੱਖ ਚੋਣ ਦਫ਼ਤਰ ਕੁਝ ਇਸ ਤਰ੍ਹਾਂ ਦਾ ਬਣਾਇਆ ਜਾਂਦਾ ਹੈ, ਜਿੱਥੇ ਬਾਕੀ ਉਮੀਦਵਾਰ ਲੱਖਾਂ ਰੁਪਏ ਖਰਚਦੇ ਨੇ। ਤਾਂ ਇਹਨਾਂ ਨੇ ਸੋਚਿਆ ਕਿ ਕਿਸੇ ਹੋਰ ਸੋਹਣੇ ਤਰੀਕੇ ਦੇ ਨਾਲ ਇਹ ਮੁੱਖ ਚੋਣ ਦਫ਼ਤਰ ਬਣਾਇਆ ਜਾਏ। ਖਾਸ ਕਰਕੇ ਇਹ ਦਿਮਾਗ ਦੇ ਵਿੱਚ ਸੀਗਾ ਕਿ ਅਜਿਹੇ ਤਰੀਕੇ ਨਾਲ ਬਣਾਇਆ ਜਾਏ, ਅਜਿਹੀ ਥਾਂ ਤੇ ਬਣਾਇਆ ਜਾਏ ਜਿੱਥੇ ਲੋਕ ਬਹੁਤ ਆਸਾਨੀ ਦੇ ਨਾਲ ਪਹੁੰਚ ਸਕਣ, ਜਿੱਥੇ ਲੋਕਾਂ ਨਾਲ ਗੱਲਬਾਤ ਕਰਨੀ ਸੌਖੀ ਹੋਵੇ, ਲੋਕਾਂ ਦੇ ਮਸਲਿਆਂ ਦਾ ਹੱਲ ਕਰਨਾ ਸੌਖਾ ਹੋਵੇ। ਤਾਂ ਉਸ ਉਮੀਦ ਦੇ ਨਾਲ, ਉਸ ਸੋਚ ਦੇ ਨਾਲ ਅਜਿਹਾ ਜੋ ਚੋਣ ਦਫ਼ਤਰ ਹੈ ਬਣਾਇਆ ਜਾਂਦਾ। ਤਾਂ ਆਖਿਰ ਕੀ ਵਿਚਾਰ ਸੀਗੇ, ਕੀ ਲੋਕਾਂ ਲਈ ਇਸ ਵਾਰ ਲੈ ਕੇ ਆ ਰਹੇ ਨੇ, ਤਾਂ ਕਿਸ ਤਰ੍ਹਾਂ ਦਾ ਸੋਚ ਰਹੇ ਨੇ, ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਚੱਲ ਰਹੀ ਹੈ, ਹੁਣ 10 ਮਾਰਚ ਨੂੰ ਕਿਹੋ ਜਿਹੇ ਨਤੀਜੇ ਆ ਸਕਦੇ ਨੇ, ਰਿਸਪੌਂਸ ਕਿਹੋ ਜਿਹਾ ਰਿਹਾ, ਉਹ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ। ਤਾਂ ਜਿਨ੍ਹਾਂ ਵੱਲੋਂ ਇਹ ਅਨੋਖਾ ਚੋਣ ਦਫ਼ਤਰ ਬਣਾਇਆ ਗਿਆ, ਉਹਨਾਂ ਦੇ ਨਾਲ ਅਸੀਂ ਇਸ ਵਕਤ ਮੌਜੂਦ ਹੈ ਰਮਨਜੀਤ ਲਾਲੀ, ਜੋ ਕਿ ਲੁਧਿਆਣਾ ਉੱਤਰੀ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਇਸ ਵਕਤ ਚੋਣ ਮੈਦਾਨ ਦੇ ਵਿੱਚ ਉਤਰੇ ਨੇ, ਸਾਡੇ ਨਾਲ ਮੌਜੂਦ ਨੇ। ਡੇਲੀ ਪੋਸਟ ਪੰਜਾਬੀ ਤੇ ਬਹੁਤ-ਬਹੁਤ ਸਵਾਗਤ ਹੈ। ਤੁਹਾਡਾ ਸਵਾਗਤ, ਤੁਹਾਡੇ ਦਰਸ਼ਕਾਂ ਦਾ ਸਵਾਗਤ। ਇਲੈਕਸ਼ਨ ਸਮਾਪਤ ਹੋ ਗਏ, ਬਹੁਤ ਸਾਰੀਆਂ ਗੱਲਾਂ ਲੋਕਾਂ ਦੇ ਵਿੱਚ ਲੈ ਕੇ ਗਿਆ ਸੀਗਾ ਔਰ ਲੋਕਾਂ ਨੇ ਕੀ ਫੈਸਲਾ ਕੀਤਾ ਹੋਏਗਾ ਉਹ 10 ਮਾਰਚ ਨੂੰ ਰਿਜ਼ਲਟ ਆ ਜਾਣਾ, ਨਤੀਜਾ ਆਏਗਾ ਤਾਂ ਪਤਾ ਲੱਗੇਗਾ। ਪਰ ਸਵਾਲ ਪੁੱਛਣਾ ਚਾਹਾਂਗੇ, ਰਿਸਪੌਂਸ ਕਿਹੋ ਜਿਹਾ ਰਿਹਾ, ਕਿਉਂਕਿ ਟੱਕਰ ਦੇ ਵਿੱਚ ਕੰਪੀਟੀਸ਼ਨ ਬਹੁਤ ਤੇਜ਼ ਸੀਗਾ ਤੇ ਇਸ ਦੌਰਾਨ ਆਜ਼ਾਦ ਉਮੀਦਵਾਰ ਵਜੋਂ ਲੋਕਾਂ ਦੇ ਦਿਲਾਂ ਤੱਕ ਪਹੁੰਚਣਾ ਉਹ ਬਹੁਤ ਔਖਾ ਹੈ। ਬਹੁਤ ਸਾਰੇ ਲੋਕਾਂ ਨੇ, ਮੀਡੀਆ ਦੇ ਲੋਕਾਂ ਨੇ ਮੈਨੂੰ ਇਹ ਸਵਾਲ ਕੀਤਾ ਸੀ ਕਿ ਤੁਹਾਡਾ ਕੰਪੀਟੀਸ਼ਨ ਕਿਹਦੇ ਨਾਲ ਹੈ, ਤੇ ਰਮਨਜੀਤ ਲਾਲੀ ਦਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ। ਰਮਨਜੀਤ ਲਾਲੀ ਆਪਣੇ ਆਪ ਦੇ ਵਿੱਚ ਇੱਕ ਕਿਰਦਾਰ ਹੈ ਜਿਸ ਨੇ 25 ਸਾਲ ਜ਼ਿੰਦਗੀ ਦੇ ਗਰੀਬ ਗੁਰਬੇ ਲੋਕਾਂ ਲਈ ਲਾਏ, ਅਨੇਕ ਸੰਘਰਸ਼ ਕੀਤੇ, ਅੰਦੋਲਨ ਕੀਤੇ, ਜੇਲ੍ਹ ਕੱਟੀ ਔਰ ਪੰਜਾਬ ਦਾ ਜਿੱਥੇ ਮੈਂ ਅਨੇਕ ਕਾਰਜ ਕੀਤੇ ਹੈ ਜਿਹਦੇ ਨਾਲ ਲੋਕਾਂ ਦੇ ਜੀਵਨ ਦੇ ਵਿੱਚ ਤਬਦੀਲੀ ਆਈ, ਵਿਵਸਥਾ 'ਚ ਸੁਧਾਰ ਹੋਇਆ, ਉੱਥੇ ਨਾਲ ਦੀ ਨਾਲ ਪੰਜਾਬ ਦਾ ਸਭ ਤੋਂ ਵੱਡਾ ਡਾਕਟਰ ਅੰਬੇਡਕਰ ਭਵਨ ਜਿਹੜਾ ਹੈਗਾ ਉਸਾਰਿਆ ਬੜੇ ਸੰਘਰਸ਼ ਨਾਲ। ਅੱਜ ਮੈਨੂੰ ਪ੍ਰਾਊਡ ਤੇ ਮਾਣ ਹੈ ਕਿ ਰੋਜ਼ਾਨਾ ਉੱਥੇ 2 ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਹੁੰਦੀਆਂ, ਇੱਕ ਦਿਨੇ ਇੱਕ ਰਾਤੀ, ਔਰ ਲੋਕਾਂ ਦਾ ਰੋਜ਼ਾਨਾ ਲੱਖਾਂ ਰੁਪਏ ਫਾਇਦਾ ਹੋ ਰਿਹਾ। ਔਰ ਰਮਨਜੀਤ ਲਾਲੀ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਇਲਜ਼ਾਮ ਨਹੀਂ ਹੈ। ਇਮਾਨਦਾਰੀ ਦੇ ਨਾਲ 25 ਸਾਲਾਂ ਤੋਂ ਲੋਕਾਂ ਦੀ ਸੇਵਾ ਕਰਦਾ ਆ ਰਿਹਾ। ਜਿਸ ਨੇ ਵੀ ਮੈਨੂੰ ਕੋਈ ਆਪਣੀ ਦੁੱਖ ਤਕਲੀਫ ਦੱਸੀ ਹੈ, ਮੈਂ ਉਸ ਨੂੰ ਆਪਣੇ ਸਕੂਟਰ ਤੇ, ਆਪਣੀ ਗੱਡੀ ਤੇ ਬਿਠਾ ਕੇ ਨਾਲ ਲੈ ਕੇ ਗਿਆ। ਕਦੀ ਕਿਸੇ ਦੇ ਕੋਲੋਂ ਚਾਹ ਦਾ ਕੱਪ ਵੀ ਨਹੀਂ ਪੀਤਾ। ਸੋ ਇਸ ਕਰਕੇ ਲਾਲੀ ਇੱਕ ਕਿਰਦਾਰ ਹੈ। ਲਾਲੀ ਨੇ ਕੁਛ ਸ਼ਹਿਰ ਹਿੱਤ, ਕੌਮ ਹਿੱਤ, ਸਮਾਜ ਹਿੱਤ, ਦਲਿਤ ਸਮਾਜ ਲਈ ਕਾਰਜ ਕੀਤੇ ਆ, ਆਪਣੇ ਰਹਿਬਰਾਂ ਦੇ ਸਤਿਕਾਰ ਹਿੱਤ ਕਾਰਜ ਕੀਤੇ ਆ। ਔਰ ਆਉਣ ਵਾਲੇ ਸਮੇਂ 'ਚ ਮੇਰੇ ਲੋਕਾਂ ਨੂੰ ਪਤਾ ਕਿ ਲਾਲੀ ਜੀ ਜੇ ਅੱਗੇ ਵੱਧਦੇ ਆ, ਆਉਂਦੇ ਆ, ਤੇ ਇਹਨਾਂ ਦੇ ਵਿੱਚ ਅੰਦਰ ਜਜ਼ਬਾ ਹੈ, ਜੋਸ਼ ਹੈ, ਤਾਕਤ ਹੈ, ਲਿਆਕਤ ਹੈ, ਇਹ ਕਰਨਗੇ। ਸੋ ਇਸ ਕਰਕੇ ਲਾਲੀ ਦਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਸੀ। ਮੇਰੇ ਹਜ਼ਾਰਾਂ ਸਮਰਥਕ ਇਸ ਵਿਧਾਨ ਸਭਾ ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਏਕਾ ਕੀਤਾ, ਯੂਨਾਈਟ ਹੋਏ ਆ ਔਰ ਡੈਫੀਨੇਟਲੀ 10 ਮਾਰਚ ਨੂੰ ਰਿਜ਼ਲਟ ਮੇਰੇ ਹੱਕ ਦੇ ਵਿੱਚ ਆਏਗਾ। ਜੀ, ਆ ਝੌਂਪੜੀ ਬਣਾਉਣਾ ਮੁੱਖ ਚੋਣ ਦਫ਼ਤਰ ਵੱਲੋਂ ਇਹ ਕਿਸ ਤਰ੍ਹਾਂ ਦਿਮਾਗ 'ਚ ਆਇਆ ਕਿ ਇਹੋ ਜਿਹਾ ਸਟਾਈਲ ਲੈ ਕੇ ਆਉਣਾ? ਇੱਕ ਇਸ ਦਾ 2-3 ਰੀਜ਼ਨ ਹੈ। ਇੱਕ ਤਾਂ ਸਭ ਤੋਂ ਵੱਡਾ ਰੀਜ਼ਨ ਸੀ ਕਿ ਸਾਡਾ ਜਿਹੜਾ ਇਤਿਹਾਸ ਆ, ਸਾਡਾ ਪਿਛੋਕੜ ਆ ਜਿਹੜਾ ਸਾਰਿਆਂ ਦਾ, ਸਾਡੇ ਬਾਪ ਦਾਦਿਆਂ ਪੜਦਾਦਿਆਂ ਦਾ, ਉਹ ਇਹਨਾਂ ਕੁੱਲੀਆਂ 'ਚ ਹੀ ਬੀਤਿਆ। ਸੋ ਮੈਂ ਨਵੀਂ ਜਨਰੇਸ਼ਨ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਆਪਣਾ ਇਤਿਹਾਸ ਇਹ ਹੈ। ਔਰ ਅਕਸਰ ਮਹਾਂਪੁਰਸ਼ ਇਹ ਗੱਲ ਕਹਿੰਦੇ ਕਿ ਜਿਹੜੀ ਕੌਮ, ਜਿਹੜਾ ਸਮਾਜ ਆਪਣੇ ਇਤਿਹਾਸ ਨੂੰ ਯਾਦ ਰੱਖਦਾ, ਅੱਗੇ ਜਾ ਕੇ ਇਤਿਹਾਸ ਵੀ ਉਹ ਸਿਰਜਦਾ ਹੈ। ਨਵੀਂ ਜਨਰੇਸ਼ਨ ਆਈ, ਕੁੜੀਆਂ ਮੁੰਡੇ ਆਏ, ਬੱਚੇ ਆਏ, ਇਹ ਸੈਲਫੀ ਪੁਆਇੰਟ ਬਣ ਗਿਆ, ਬਹੁਤ ਅੱਛਾ ਲੱਗਿਆ। ਦੂਸਰਾ ਜਿਹੜਾ ਇੱਕ ਫੈਕਟਰ ਹੈ ਜਿਹੜਾ ਦਿਲ ਨੂੰ ਟੁੰਬਦਾ ਹੈ ਕਿ ਮੇਰੇ ਮਨ ਦੇ ਵਿੱਚ ਜਸਨੂਰ ਕਦੀ ਨਹੀਂ ਸੀ ਕਿ ਮੈਂ ਇਲੈਕਸ਼ਨ ਲੜਨਾ। ਇਹ ਵਾਕਿਆ 13 ਜਨਵਰੀ ਦਾ ਰਾਤ ਦਾ 2:30 ਵਜੇ ਰਾਤ ਦੇ ਸੁੱਤੇ ਪਏ ਆ 13 ਜਨਵਰੀ ਨੂੰ। ਕੋਈ ਆਕਾਸ਼ਬਾਣੀ ਹੁੰਦੀ ਹੈ, ਉੱਠ ਜਾਗ, ਕੌਮ ਦੀ ਤਰਜਮਾਨੀ ਕਰਨੀ ਆ, ਗਰੀਬਾਂ ਦੇ ਹੱਕਾਂ ਅਧਿਕਾਰਾਂ ਦੀ ਗੱਲ ਕਰਨੀ ਆ, ਦੱਬੇ ਕੁਚਲੇ ਲੋਕਾਂ ਦੇ ਲਈ ਲੜਨਾ ਹੈ, ਖੜਨਾ ਹੈ, ਉੱਠ ਇਸ ਪ੍ਰਕਿਰਿਆ ਦੇ ਵਿੱਚ ਲੱਗ।
ਦੂਸਰੇ ਦਿਨ ਸੰਗਰਾਂਦ ਸੀ, ਮੈਂ ਗੁਰੂ ਘਰ ਵੀ ਗਿਆ, ਉੱਥੇ ਵੀ ਮੈਂ ਗੱਲ ਕੀਤੀ ਕਿ ਰਾਤ ਐਸੀ ਕੋਈ ਆਕਾਸ਼ਬਾਣੀ ਹੋਈ ਹੈ, ਭਾਈ ਫੈਸਲਾ ਕਰੋ, ਤੁਸੀਂ ਲੜ ਲਓ, ਕੋਈ ਕੌਮ ਦੇ ਵਿੱਚੋਂ ਲੜੇ, ਤੁਸੀਂ ਨਹੀਂ ਲੜੋਗੇ ਤਾਂ ਮੈਂ ਲੜੂੰਗਾ। ਸੋ ਉਹਨਾਂ ਨੇ ਫੈਸਲਾ ਕੋਈ ਕੀਤਾ ਨਹੀਂ ਤਾਂ ਰਮਨਜੀਤ ਲਾਲੀ ਫਿਰ ਆ ਗਿਆ ਮੈਦਾਨ 'ਚ। ਅਤੇ ਮੈਂ ਉਹਨਾਂ ਨੂੰ ਇਹ ਵੀ ਸਵਾਲ ਕੀਤਾ ਕਿ ਇਸ ਪ੍ਰੋਸੈਸ ਲਈ ਬਹੁਤ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ, ਅਤੇ ਉਹ ਮੈਨੂੰ ਆਖਦੇ ਆ ਕਿ ਜਾ ਕੁੱਲੀ ਤੋਂ ਆਪਣਾ ਪ੍ਰਚਾਰ ਸ਼ੁਰੂ ਕਰ ਦੇ, ਔਰ ਕੁੱਲੀ ਪੈ ਗਈ। ਤੀਸਰਾ ਇਹਦਾ ਇਹ ਰੀਜ਼ਨ ਹੈ ਕਿ ਮੈਂ ਚਾਹੁੰਦਾ ਸੀ ਕਿ ਮੇਰਾ ਦਫ਼ਤਰ ਉਸ ਜਗ੍ਹਾ 'ਤੇ ਹੋਵੇ ਜਿੱਥੇ ਲੋਕਾਂ ਦਾ ਪਹੁੰਚਣਾ, ਕਿਸੇ ਨੂੰ ਸਮਝਾਉਣਾ, ਮੀਡੀਆ ਨੂੰ, ਵਰਕਰਾਂ ਨੂੰ ਉਹ ਆਸਾਨ ਹੋਵੇ। ਸੋ ਇਹ ਮੇਰੇ ਦੋਸਤ ਹੈ ਬੱਕਰਾ ਮੰਡੀ ਵਾਲੇ, ਇਹਨਾਂ ਨੂੰ ਮੈਂ ਕਿਹਾ ਵੀ ਆਹ ਜਗ੍ਹਾ ਮੈਨੂੰ ਥੋੜ੍ਹੇ ਦਿਨਾਂ ਵਾਸਤੇ ਚਾਹੀਦੀ ਹੈ। ਉਹਨਾਂ ਨੇ ਵੈਲਕਮ ਕੀਤਾ ਕਿ ਤੁਸੀਂ ਸਾਡੇ ਸਮਾਜ ਦੇ ਅਗਾਂਹ ਵਧੂ ਆਗੂ ਹੋ, ਤਾਕਤਵਰ ਆਗੂ ਹੋ, ਤੁਹਾਡੇ ਲਈ ਜਗ੍ਹਾ ਜੁਗਾ ਕੀ। ਅਸੀਂ ਇੱਥੇ ਕੁੱਲੂ ਬਣਾਉਣੀ ਸ਼ੁਰੂ ਕਰ ਦਿੱਤੀ, ਉਹਨਾਂ ਨੇ ਲੌਕ ਕਰਤਾ, ਮੈਂ ਕਾਗਜ਼ ਬਣਾਉਣੇ ਸ਼ੁਰੂ ਕਰਤੇ। 2 ਦਿਨਾਂ ਬਾਅਦ ਸਾਡੀ ਕੁੱਲੀ ਵੀ ਤਿਆਰ ਹੋ ਗਈ ਔਰ ਸਾਡੇ ਕਾਗਜ਼ ਵੀ ਤਿਆਰ ਹੋ ਗਏ, ਫਿਰ ਕੁੱਲੀ ਵੀ ਪਾਸ ਹੋ ਗਈ, ਸਾਡੇ ਕਾਗਜ਼ ਵੀ ਪਾਸ ਹੋ ਗਏ। ਹੁਣ 10 ਮਾਰਚ ਨੂੰ ਲੋਕਾਂ ਨੇ ਪਾਸ ਕਰਨਾ ਜੀ। ਕਿਤੇ ਤੁਸੀਂ ਵੀ ਆਮ ਇਨਸਾਨ ਤਾਂ ਨਹੀਂ ਬਣਨ ਦੀ ਕੋਸ਼ਿਸ਼ ਕਰ ਰਹੇ ਕਿ ਮੈਂ ਵੀ ਆਮ ਬੰਦਾ, ਜਿਹਦਾ ਚਰਨਜੀਤ ਸਿੰਘ ਚੰਨੀ, ਭਗਵੰਤ ਮਾਨ ਕਹਿੰਦੇ ਆ ਕਿ ਅਸੀਂ ਇਹ ਤਾਂ ਆਮ ਬੰਦੇ ਆ, ਅਸੀਂ ਤਾਂ ਆਮ ਪਰਿਵਾਰਾਂ ਚੋਂ ਆ, ਤਾਂ ਚੋਪੜੀ ਵੀ ਤਾਂ ਨਹੀਂ ਬਣਾਈ ਸੀ? ਨਹੀਂ, ਉਹ ਨਹੀਂ। ਦੇਖੋ, ਆਮ ਆਦਮੀ ਪਾਰਟੀ ਦੀ ਮੈਂ ਗੱਲ ਕਰਾਂ, ਉਹਨਾਂ ਨੇ ਇਹ ਨਟੰਕੀ ਕੀਤੀ ਸੀ ਆਮ ਆਦਮੀ ਪਾਰਟੀ ਨਿਸ਼ਾਨ ਰੱਖ ਕੇ, ਨਾਮ ਰੱਖ ਕੇ, ਲੇਕਿਨ ਅੱਜ ਉਹ ਆਮ ਆਦਮੀ ਨਹੀਂ ਹੈ, ਖਾਸ ਆਦਮੀ ਪਾਰਟੀ ਬਣ ਗਈ। ਮੈਨੂੰ ਬਾਕੀ ਤਾਂ ਪਤਾ ਨਹੀਂ, ਮੈਂ ਲੁਧਿਆਣੇ ਦੇ ਵਿੱਚੋਂ ਹੀ ਗੱਲ ਕਰਦਾ, ਜਿੰਨੇ ਕਾਂਗਰਸ ਦੇ ਵੱਡੇ ਲੀਡਰ ਸੀ ਉਹਨਾਂ ਸਾਰਿਆਂ ਨੂੰ ਟਿਕਟਾਂ ਦਿੱਤੀਆਂ। ਆਮ ਆਦਮੀ ਦਾ ਤਾਂ ਮਤਲਬ ਹੁੰਦਾ ਹੈ ਕਿ ਸਧਾਰਨ ਵਰਕਰ ਨੂੰ ਟਿਕਟ ਦਿਓ, ਪਿਛਲੀ ਵਾਰੀ ਇਹਨਾਂ ਨੇ ਕੀਤਾ। ਇਸ ਕਰਕੇ ਚੰਨੀ ਸਾਹਿਬ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਆਮ ਆਦਮੀ, ਦੇਖੋ ਅੱਜ ਜਿਹੜਾ ਯੁੱਗ ਹੈ ਨਾ, ਨਵੀਂ ਜਨਰੇਸ਼ਨ ਜਾਂ ਆਮ ਲੋਕ, ਉਹ ਇਹ ਚਾਹੁੰਦੇ ਆ ਕਿ ਜਿਹੜਾ ਲੀਡਰ ਸਾਡਾ ਹੋਵੇ, ਆਗੂ ਵੀ ਹੋਵੇ, ਉਹ ਸਾਡੇ ਵਾਂਗੂ ਸਧਾਰਨ ਰਹਿਣ ਸਹਿਣ ਵਾਲਾ, ਸਾਡੇ 'ਚ ਸਧਾਰਨ ਵਿਚਰਨ ਵਾਲਾ ਹੋਵੇ। ਸੋ ਮੈਂ ਵੀ ਇਹ ਯਤਨ ਕੀਤਾ ਹੈ ਕਿ ਜਿਹੜਾ ਸਾਡਾ ਲਾਲੀ ਹੈ, ਸਾਡਾ ਲੀਡਰ ਹੈ, ਉਹ ਵੀ ਸਾਡਾ ਸਧਾਰਨ ਬੰਦਾ। ਇਸ ਕਰਕੇ ਇਹ ਵੀ ਇੱਕ ਕਾਰਨ ਹੈ ਕਿ ਲੋਕਾਂ 'ਚ ਦੱਸੋ ਵੀ ਮੈਂ ਸਿੰਪਲ ਸਧਾਰਨ ਹਾਂ, ਮੈਂ ਇਹੋ ਜਿਹੀਆਂ ਚੀਜ਼ਾਂ ਨੂੰ ਦੇ ਵਿੱਚ ਰਹਿਣਾ ਚਾਹੁੰਦਾ, ਪਸੰਦ ਕਰਨਾ ਮੈਨੂੰ ਪਸੰਦ ਹੈ। ਲੇਕਿਨ ਨਾਲ ਦੀ ਨਾਲ ਦੂਸਰੇ ਪਾਸੇ ਜਿਹੜੇ ਮੇਰੇ ਲੋਕ ਸੀ, ਵੱਡੇ ਵੱਡੇ ਉਹਨਾਂ ਦੇ ਦਫ਼ਤਰ ਸੀ, ਉਹਨਾਂ ਦਫ਼ਤਰਾਂ ਦੇ ਵਿੱਚ ਪੈਸਿਆਂ ਵਾਲੇ ਲੋਕਾਂ ਨੇ ਇਲੈਕਸ਼ਨ ਲੜਿਆ, ਕਰੋੜਾਂ ਰੁਪਈਏ ਉਹਨਾਂ ਨੇ ਲਾਏ ਪੋਸਟਰਾਂ ਤੇ, ਹੋਲਡਿੰਗਾਂ ਤੇ। ਉਹਨਾਂ ਦਫ਼ਤਰਾਂ ਦੇ ਵਿੱਚ ਮਨੂਵਾਦ, ਉਹ ਮਨੂਵਾਦ ਜਿਹੜਾ ਮਾਨਵਤਾ ਦਾ ਘਾਣ ਕਰਦਾ ਹੈ, ਜਿਹੜਾ ਊਚ ਨੀਚ ਨੂੰ ਪ੍ਰਮੋਟ ਕਰਦਾ ਹੈ, ਜਿਹੜਾ ਜਾਤੀਵਾਦ ਨੂੰ ਪ੍ਰਮੋਟ ਕਰਦਾ ਹੈ, ਇਹ ਝੁੱਗੀ ਹੈ। ਇਹ ਝੁੱਗੀ ਇੱਥੇ ਵੱਸਦਾ ਅੰਬੇਦਕਰਵਾਦ। ਅੰਬੇਦਕਰਵਾਦ ਜਿਹੜਾ ਸਮਾਨਤਾਵਾਦੀ ਵਿਵਸਥਾ ਦੀ ਗੱਲ ਕਰਦਾ, ਜਿਹੜਾ ਗੈਰ ਬਰਾਬਰੀ ਨੂੰ ਖਤਮ ਕਰਨ ਦੀ ਗੱਲ ਕਰਦਾ, ਔਰ ਜਿਹੜਾ ਹਰ ਇੱਕ ਨੂੰ ਬਰਾਬਰ ਦੇ ਅਧਿਕਾਰ ਦਿੰਦਾ, ਉਹ ਅੰਬੇਦਕਰਵਾਦ। ਸਾਡੇ ਲੋਕ ਨਾਅਰਾ ਲਾਉਂਦੇ ਨਾ ਕਿ ਬਾਬਾ ਸਾਹਿਬ ਤੇਰਾ ਮਿਸ਼ਨ ਅਧੂਰਾ, ਰਲ ਮਿਲ ਕੇ ਅਸੀਂ ਕਰਾਂਗੇ ਪੂਰਾ। ਅਤੇ ਬਾਬਾ ਸਾਹਿਬ ਦਾ ਮਿਸ਼ਨ ਇਹੀ ਸੀ ਕਿ ਦੇਸ਼ ਦੇ ਅੰਦਰੋਂ ਸਮਾਜਿਕ ਅਤੇ ਆਰਥਿਕ ਗੈਰ ਬਰਾਬਰੀ ਦਾ ਖਾਤਮਾ ਕਰਨਾ। ਸੋ ਇਸ ਕਰਕੇ ਭਾਈ ਉੱਧਰ ਉਹ ਲੋਕ ਸੀ, ਇੱਧਰ ਅੰਬੇਦਕਰਵਾਦ ਦੀ ਗੱਲ ਕਰਨ ਵਾਲਾ, ਜਿਸ ਨੇ ਪੰਜਾਬ ਦਾ ਸਭ ਤੋਂ ਵੱਡਾ ਅੰਬੇਡਕਰ ਭਵਨ ਆਪਣੇ ਖੂਨ ਪਸੀਨੇ ਦੇ ਨਾਲ ਲੜਾਈ ਲੜ ਕੇ ਬਣਾਇਆ, ਜੇਲ੍ਹਾਂ ਕੱਟੀਆਂ, ਜਿਸ ਨੇ ਜੈ ਭੀਮਨ ਚੈਨਲ ਸ਼ੁਰੂ ਕੀਤਾ, ਜਿਸ ਦਾ ਸੰਕਲਪ ਹੈ ਕਿ ਪੰਜਾਬ ਦੇ ਸਭ ਤੋਂ ਵੱਡੇ ਉਸ ਡਾਕਟਰ ਅੰਬੇਡਕਰ ਭਵਨ ਦੇ ਅੰਦਰ ਦੁਨੀਆ ਦੀ ਪਹਿਲੀ ਜਿਹੜੀ ਮੂਰਤੀ ਹੈ, ਸਟੈਚੂ ਲੱਗਣਾ, ਉਹ ਸੋਨੇ ਦਾ ਲੱਗਣਾ। ਸੋ ਮੇਰੇ ਤੋਂ ਵੱਡਾ ਕੋਈ ਅੰਬੇਦਕਰ ਹੀ ਨਹੀਂ ਹੋ ਸਕਦਾ। ਮੈਂ ਅੰਬੇਦਕਰ ਸਾਹਿਬ ਦੀ ਵਿਚਾਰਧਾਰਾ ਦਾ ਸਮਰਥਕ ਹਾਂ। ਔਰ ਮੈਨੂੰ ਜਸਨੂਰ ਲੋਕਾਂ ਨੇ ਪੁੱਛਿਆ ਕਿ ਤੁਹਾਡਾ ਏਜੰਡਾ ਕੀ ਹੈ, ਚੋਣਾਂ ਲੜਨ ਜਾ ਰਹੇ ਹੋ, ਤਾਂ ਮੈਂ 25 ਪ੍ਰਤਿਗਿਆਵਾਂ ਕੀਤੀਆਂ, 25 ਪ੍ਰਤਿਗਿਆਵਾਂ। ਔਰ ਉਹ ਪ੍ਰਤਿਗਿਆਵਾਂ ਜਿਹੜੀਆਂ ਮੈਂ ਕੀਤੀਆਂ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਾਡੀ ਗੁਰੂਆਂ ਦੀ ਬਾਣੀ ਹੈ, ਉਹਦੇ ਤੋਂ ਪ੍ਰਭਾਵਿਤ ਹੋ ਕੇ, ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ, ਆਪਣੇ ਮਹਾਨ ਰਹਿਬਰਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਕੀ ਚਾਹੁੰਦੇ ਸੀ, ਕੀ ਉਹਨਾਂ ਨੇ 645 ਸਾਲ ਪਹਿਲਾਂ ਕਲਪਨਾ ਕੀਤੀ ਸੀ ਆਪਣੇ ਮਨ ਦੇ ਅੰਦਰ, ਕਿਹੋ ਜਿਹੇ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਸੀ, ਉਹਦੇ ਤੋਂ ਪ੍ਰਭਾਵਿਤ ਹੋ ਕੇ ਮੇਰਾ 25 ਸੂਤਰੀ ਉਹ ਪ੍ਰਤਿਗਿਆ ਹੈ। ਉਹਦੇ ਵਿੱਚ ਜਿੱਦਾਂ ਮੈਂ ਗੱਲ ਕਰਾਂ ਕਿ ਮੈਂ ਇਸ ਇਲਾਕੇ ਦੇ ਵਿੱਚ
ਇੱਕ ਬਹੁਤ ਵੱਡਾ ਹਸਪੀਟਲ ਬਣਾਉਣਾ ਚਾਹੁੰਦਾ ਲੁਧਿਆਣਾ ਉੱਤਰੀ 'ਚ। ਸਾਡੇ ਕੋਲ ਇੱਥੇ ਜਗ੍ਹਾ ਪਈ ਹੈ, ਬੱਚੇ ਸਾਡੇ ਕੁਰਾਹੇ ਪਏ ਆ। ਦੁੱਖ ਦੀ ਗੱਲ ਹੈ ਕਿ ਅੱਜ ਸਾਡੇ ਬੱਚੇ ਸਾਡੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ 'ਚ ਸੈਟਲ ਹੋ ਰਹੇ, ਕਾਰਨ ਇਨਫਰਾਸਟ੍ਰਕਚਰ ਨਹੀਂ ਦਿੱਤਾ ਹੈ ਨਾ। ਸੋ ਮੈਂ ਕਹਿੰਦਾ ਅੱਛਾ ਕੁਝ ਜਾ ਰਹੇ ਆ, ਕੁਝ ਇੱਥੇ ਵਿਹਲੇ ਨਸ਼ੇਖੋਰੀ ਦੇ ਵਾਲੇ ਪਾਸੇ ਜਾ ਰਹੇ ਆ। ਸੋ ਸਾਡੇ ਇੱਥੇ ਜਗ੍ਹਾ ਪਈ ਹੈ, ਮੈਂ ਸੰਕਲਪ ਕੀਤਾ ਕਿ ਉਸ ਜਗ੍ਹਾ ਦੇ ਉੱਤੇ ਬੱਚੇ ਨਸ਼ਾਖੋਰੀ ਵਾਲੇ ਪਾਸੇ ਨਾ ਜਾਣ, ਉੱਥੇ ਉਹਨਾਂ ਨੂੰ ਖੇਡ ਵਾਲੇ ਪਾਸੇ ਪ੍ਰਮੋਟ ਕਰਨ ਲਈ ਖੇਡ ਸਟੇਡੀਅਮ ਬਣਾਉਣਾ। ਇਹ ਮੇਰੀ ਪ੍ਰਤਿਗਿਆ ਕਿ ਬੁੱਢੇ ਨਾਲੇ ਦੇ ਉੱਤੇ ਹਮੇਸ਼ਾ ਰਾਜਨੀਤੀ ਹੋਈ। ਇੱਥੇ 700 ਕਰੋੜ ਦੇ ਪ੍ਰੋਜੈਕਟ ਬਣ ਰਹੇ ਆ, ਵੱਡੇ ਵੱਡੇ ਅਫਸਰ ਵੱਡੇ ਲੀਡਰ ਆ ਕੇ ਪੁਲ ਤੇ ਖੜ ਜਾਂਦੇ ਆ, ਫੋਟੋਆਂ ਖਿੱਚਣਗੇ, ਅਖਬਾਰ 'ਚ ਫੋਟੋ ਛਪ ਜੂਗੀ, ਬੁੱਢਾ ਨਾਲਾ ਉੱਥੇ ਦਾ ਉੱਥੇ ਹੀ। ਉਸ ਬੁੱਢੇ ਨਾਲੇ ਨੂੰ, ਗੰਦੇ ਨਾਲੀ ਨੂੰ ਮੇਰਾ ਪ੍ਰਤਿਗਿਆ ਕਿ ਬੁੱਢੇ ਦਰਿਆ 'ਚ ਤਬਦੀਲ ਕਰਨਾ। ਮੇਰੇ ਹਜ਼ਾਰਾਂ ਸਮਰਥਕ, ਅਸੀਂ ਕਿਸੇ ਦੀ ਪਰਵਾਹ ਨਹੀਂ ਕਰਨੀ, ਗੌਰਮੈਂਟ ਮਦਦ ਕਰੇ ਨਾ ਕਰੇ, ਪ੍ਰਾਈਵੇਟ ਸੈਕਟਰ ਤੋਂ ਮਦਦ ਲੈ ਕੇ ਬੁੱਢੇ ਨਾਲੇ ਨੂੰ ਕਲੀਨ ਸਾਫ਼ ਜੇ ਕਰਨਾ। ਨਾ ਜਿੱਤੇ ਫਿਰ ਵੀ ਕਰੋਗੇ? ਦੇਖੋ ਮੈਂ ਲੋਕਾਂ ਨੂੰ ਇਹ ਗੱਲ ਕਹੀ ਕਿ ਜੇ ਤੁਸੀਂ ਮੈਨੂੰ ਕਨਸਟੀਟਿਊਸ਼ਨਲ ਪਾਵਰ ਦੇ ਦਿਓਗੇ, ਜਿੱਥੇ ਫੈਸਲਾ ਹੁੰਦਾ ਫਿਰ ਮੈਨੂੰ ਸੌਖਾ ਹੋਏਗਾ, ਨਹੀਂ ਤਾਂ ਮੈਂ ਬਾਹਰ ਬਹਿ ਕੇ ਰੌਲਾ ਪਾਈ ਜਾਊਂਗਾ। ਲੇਕਿਨ ਇਹਨਾਂ ਪ੍ਰਤਿਗਿਆਵਾਂ ਦੇ ਖਿਲਾਫ ਹਮੇਸ਼ਾ ਆਵਾਜ਼ ਉਠਾਉਂਦਾ ਰਹੂੰਗਾ। ਮੈਨੂੰ ਨਹੀਂ ਲੋਕ ਮੇਰੇ ਤਾਕਤਵਰ ਬਣਾਉਣਗੇ ਤਾਂ ਤਾਕਤਵਰ ਲੋਕਾਂ ਦੇ ਕੋਲ ਹੱਥ ਅੱਡ ਲੂੰਗਾ ਵੀ ਆਓ ਯਾਰ ਆ ਕੰਮ ਸੁਸਾਇਟੀ ਹਿੱਤਿਆ, ਰਲ ਮਿਲ ਕੇ ਸਾਡਾ ਵੀ ਸਹਿਯੋਗ ਲਓ, ਤੁਸੀਂ ਵੀ ਕਰੋ, ਆਪਾਂ ਆਹ ਕਰ ਲਈਏ। ਫਿਰ ਮੇਰਾ ਕਿ ਦਰੇਸੀ ਦੇ ਲਾਗੇ 650 ਸਾਲ ਪੁਰਾਣਾ ਕਿਲ੍ਹਾ ਹੈ ਨਾ, ਸਿਕੰਦਰ ਲੋਧੀ ਜੀ ਦੇ ਟਾਈਮ ਦਾ ਬਣਿਆ। ਮੈਂ ਚਾਹੁੰਦਾ ਕਿ ਉਹ ਖੰਡਹਰ ਦੇ ਵਿੱਚ ਤਬਦੀਲ ਹੋ ਚੁੱਕੇ ਕਿਲ੍ਹੇ ਨੂੰ ਆਪਾਂ ਐਜ਼ ਏ ਹੈਰੀਟੇਜ ਪਲੇਸ ਵਿਕਸਿਤ ਕਰੀਏ, ਲੋਕਾਂ ਦੇ ਘੁੰਮਣ ਲਾਇਕ ਬਣਾਈਏ, ਨਵੀਂ ਜਨਰੇਸ਼ਨ ਉੱਥੇ ਆਵੇ, ਉੱਥੇ ਰੈਸਟੋਰੈਂਟ ਵੀ ਹੋਣ, ਖੇਲ ਖਿਡੌਣੇ ਪੰਘੂੜੇ ਹੋਣ, ਪਾਰਕਿੰਗ ਹੋਵੇ, ਹੈ ਨਾ, ਲੋਕਾਂ ਨੂੰ ਇਤਿਹਾਸ ਬਾਰੇ ਪਤਾ ਚੱਲੇ। ਸਭ ਤੋਂ ਵੱਡਾ ਜੋ ਮੈਂ ਕਰਨਾ ਚਾਹੁੰਦਾ। ਤੁਹਾਨੂੰ ਲੱਗਦਾ ਕਿ ਕਿਸੇ ਪਾਰਟੀ ਨਾਲ ਜੁੜੇ ਹੋਵੋ ਤਾਂ ਜਿੱਤ ਕਿਤੇ ਨਾ ਕਿਤੇ ਸੌਖੀ ਹੋ ਜਾਂਦੀ ਹੈ? ਤੁਸੀਂ ਕਾਂਗਰਸ ਦੇ ਨਾਲ ਜੁੜੇ ਹੋਏ ਸੀ, ਕਾਂਗਰਸ ਕਿਉਂ ਛੱਡੀ? ਕਾਂਗਰਸ ਦੇ ਨਾਲ ਪਹਿਲੇ ਦਿਨ ਤੋਂ ਹੀ ਮੈਂ ਇੱਕ ਗੱਲ ਕਹੀ, ਦੇਖੋ ਪਾਰਟੀ ਮੈਂ 2 ਵਾਰੀ ਬਹੁਜਨ ਸਮਾਜ ਪਾਰਟੀ ਤੋਂ ਇਲੈਕਸ਼ਨ ਲੜੀ, 7 'ਚ ਵੀ 12 'ਚ ਵੀ, ਤਕਰੀਬਨ 10,000 ਵੋਟ ਮੈਨੂੰ 12 'ਚ ਪਈ ਹੈ ਲੁਧਿਆਣਾ ਈਸਟ ਤੋਂ। ਮੈਂ ਕਾਂਗਰਸ ਸ਼ਾਮਲ ਹੋ ਗਿਆ। ਕਾਂਗਰਸ ਨੇ 5 ਸਾਲਾਂ ਦੇ ਵਿੱਚ ਮੈਨੂੰ ਕੋਈ ਵੀ ਮਾਣ ਸਨਮਾਨ ਨਹੀਂ ਦਿੱਤਾ। ਮੈਂ ਰਾਹੁਲ ਗਾਂਧੀ ਜੀ ਉਦੋਂ ਨੈਸ਼ਨਲ ਪ੍ਰੈਜ਼ੀਡੈਂਟ ਸੀ ਕਾਂਗਰਸ ਦੇ, ਮੈਂ ਉਹਨਾਂ ਦੇ ਕੋਲ ਗਿਆ, ਮੇਰੀ ਇੱਛਾ ਸੀ, ਮੈਨੂੰ ਕਿਸੇ ਨੇ ਮਿਲਾ ਦਿੱਤਾ। ਅਸੀਂ 5-6 ਲੋਕ ਗਏ। ਜਦੋਂ ਰਾਹੁਲ ਗਾਂਧੀ ਜੀ ਨੇ 15 ਮਿੰਟ ਮੇਰੇ ਵਿਚਾਰ ਸੁਣੇ ਤੇ ਹੀ ਵਾਸ ਵੈਰੀ ਇੰਪ੍ਰੈਸਡ ਫਰੋਮ ਮਾਈ ਵਿਊਜ਼ ਵੀ ਇਹ ਇੱਕ ਬਹੁਤ ਕਾਬਲ ਕੈਲੀਬਰ ਆਦਮੀ ਹੈ, ਇਹਨੂੰ ਪਾਰਟੀ ਦੇ ਮਜ਼ਬੂਤੀ ਲਈ ਇਸਤੇਮਾਲ ਕੀਤਾ ਜਾਵੇ। ਉਹਨਾਂ ਨੇ, ਰਾਹੁਲ ਗਾਂਧੀ ਜੀ ਨੇ ਤੁਰੰਤ ਮੇਰੇ ਸਾਹਮਣੇ ਖੜੇ ਹੋ ਕੇ ਫੋਨ ਕੀਤਾ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੂੰ, ਜਾਖੜ ਸਾਹਿਬ ਲਾਲੀ ਜੀ ਮੇਰੇ ਕੋਲ ਖੜੇ ਆ, ਨਾਲ ਉਹਨਾਂ ਦੇ ਲੋਕ ਆਏ, ਇਹ ਪਾਰਟੀ ਲਈ ਬਹੁਤ ਵਧੀਆ ਕੰਮ ਕਰ ਸਕਦੇ ਆ, ਇਹਨਾਂ ਨੂੰ ਜ਼ਿੰਮੇਵਾਰੀ ਦਿਓ। ਲੇਕਿਨ ਰਾਹੁਲ ਗਾਂਧੀ ਜੀ ਦੇ ਫੋਨ ਦਾ ਜਾਖੜ ਸਾਹਿਬ ਉੱਤੇ ਕੋਈ ਅਸਰ ਨਹੀਂ। ਜਾਖੜ ਸਾਹਿਬ ਕਈ ਮੀਟਿੰਗਾਂ ਦੇ ਵਿੱਚ ਕਹਿੰਦੇ ਰਹੇ, ਮੈਨੂੰ ਰਾਹੁਲ ਗਾਂਧੀ ਜੀ ਦਾ ਫੋਨ ਆਇਆ, ਆਸ਼ਾ ਕੁਮਾਰੀ ਜੀ ਹੁੰਦੀ ਸੀ, ਉਹਨਾਂ ਨੂੰ ਦੱਸਿਆ ਵੀ ਲਾਲੀ ਜੀ ਨੂੰ। ਲੇਕਿਨ 5 ਸਾਲ ਲਾਲੀ ਦੀ ਕੋਈ ਕਦਰ ਨਹੀਂ ਪਾਈ ਕਾਂਗਰਸ ਨੇ। ਚਲੋ ਉਹਨੂੰ ਵੀ ਮੈਂ ਬਰਦਾਸ਼ਤ ਕਰ ਲਿਆ। ਕਾਂਗਰਸ ਪਾਰਟੀ ਦਾ ਰਵਨੀਤ ਸਿੰਘ ਬਿੱਟੂ, ਸਾਡੇ ਮੰਤਰੀ ਜੀ ਲੋਕਲ, ਸਾਡੇ ਕੁਲਦੀਪ ਵੈਦ ਜੀ, ਸਾਡੇ ਸੰਜੇ ਤਲਵਾੜ ਜੀ, ਇਹ ਪਿਛਲੇ 2-3 ਸਾਲਾਂ ਤੋਂ ਮੇਰੇ ਲੋਕਾਂ ਦੀਆਂ ਸਭਾਵਾਂ ਦੇ ਵਿੱਚ ਆ ਕੇ ਓਪਨਲੀ ਇਹ ਗੱਲਾਂ ਕਹਿ ਕੇ ਗਏ ਕਿ ਰਮਨਜੀਤ ਲਾਲੀ ਨੂੰ ਅਸੀਂ ਚੇਅਰਮੈਨ ਲਾ ਰਹੇ ਹਾਂ। ਅੱਜ ਤੱਕ ਕੋਈ ਚੇਅਰਮੈਨ ਹੀ ਨਹੀਂ। ਚਲੋ ਉਹ ਵੀ ਬਰਦਾਸ਼ਤ ਕਰ ਲਿਆ, ਚੇਅਰਮੈਨੀ ਜ਼ਿੰਮੇਵਾਰੀ ਨਹੀਂ ਹੋਈ। ਫਿਰ ਮੈਂ ਇਲੈਕਸ਼ਨ ਲੜਨਾ ਚਾਹੁੰਦਾ ਸੀ। ਮੈਂ 2 ਜਗ੍ਹਾ ਤੋਂ ਅਪਲਾਈ ਕੀਤਾ ਕਾਂਗਰਸ ਦੇ, ਗਿੱਲ ਤੋਂ ਕੀਤਾ, ਇੱਥੋਂ ਨਾਰਥ ਤੋਂ ਕੀਤਾ। ਬਈ ਜੇ ਤੁਸੀਂ ਪਾਰਟੀ, ਕੋਈ ਵਰਕਰ ਪਾਰਟੀ ਦਾ ਟਿਕਟ ਮੰਗਦਾ ਹੈ, ਉਹ ਅਪਲਾਈ ਕਰਦਾ ਪੈਸੇ ਖਰਚ ਕਰਕੇ, ਕਮ ਸੇ ਕਮ ਲੀਡਰਸ਼ਿਪ ਉਹਨੂੰ ਬੁਲਾ ਕੇ ਪੁੱਛੇ ਤਾਂ ਸਹੀ ਬਈ ਭਾਈ ਤੂੰ ਟਿਕਟ ਅਪਲਾਈ ਕੀਤੀ ਹੈ, ਜੇ ਤੈਨੂੰ ਨਾ ਦਈਏ ਤਾਂ ਕੀ ਕਰੇਗਾ? ਜੇ ਕਿਸੇ ਹੋਰ ਨੂੰ ਦਿੱਤੀ ਉਹਦਾ ਸਮਰਥਨ ਕਰੇਗਾ? ਅਜਿਹੀ ਕੋਈ ਗੱਲ ਨਹੀਂ ਹੋਈ। ਇਹ ਵੀ ਇੱਕ ਬਹੁਤ ਵੱਡੀ ਨੈਗਲੀਜੈਂਸੀ ਹੈ। ਫਿਰ ਮੈਂ ਸੋਚਿਆ ਕਿ ਯਾਰ ਮੈਂ ਵੀ ਇੱਕ ਸੁਸਾਇਟੀ ਦਾ, ਇੱਕ ਸਮਾਜ ਦਾ, ਇੱਕ ਸ਼ਹਿਰ ਦਾ ਨੁਮਾਇੰਦਾ ਹਾਂ, ਮੇਰੇ ਮਨ ਦੇ ਅੰਦਰ ਕੁਝ ਕਰਨ ਦਾ ਜਜ਼ਬਾ ਹੈ। ਪਾਰਟੀ ਪੁੱਛਦੀ ਨਹੀਂ, ਪਾਰਟੀ ਤਾਕਤ ਨੂੰ ਇਸਤੇਮਾਲ ਆਪਣੇ ਹਿੱਤ ਲਈ ਕਰ ਨਹੀਂ ਰਹੀ। ਫਿਰ ਮੈਂ ਕਿਹਾ ਚਲੋ ਯਾਰ ਇਹ ਆ ਜਿਹੜੀਆਂ ਕਮੇਟੀਆਂ ਇਹਨਾਂ ਨੇ ਬਣਾਈਆਂ, ਸੰਚਾਲਨ ਕਮੇਟੀ, ਪ੍ਰਚਾਰ ਕਮੇਟੀ, ਹੈ ਨਾ, ਕੀ ਕਈ ਕੁਛ ਬਣਿਆ ਉੱਥੇ ਬਣਦਾ ਹੁੰਦਾ ਕਿਸੇ, ਮੈਂ ਕਿਹਾ ਕਮੇਟੀ ਦੇ ਵਿੱਚ ਮੇਰਾ ਨਾਂ ਪਾ ਕੇ ਜ਼ਿੰਮੇਵਾਰੀ ਦੇਣਗੇ।
ਸੋ ਕੋਈ ਜ਼ਿੰਮੇਵਾਰੀ ਨਹੀਂ। ਤਾਂ ਮੈਂ ਇਹ ਮਹਿਸੂਸ ਕਰਨ ਲੱਗ 5 ਪਿਆ ਸਾਲ ਬਰਬਾਦ ਹੋ ਗਏ। ਨਾ 5 ਸਾਲ ਬਰਬਾਦ ਹੋ ਗਏ। ਪਾਰਟੀ ਨੇ ਨਾ ਆਪਣੇ ਹਿੱਤ ਲਈ ਮੇਰੇ ਤੋਂ ਕੋਈ ਕਾਰਜ ਲਿਆ, ਨਾ ਮੈਨੂੰ ਕੋਈ ਮਾਨ ਸਨਮਾਨ ਦਿੱਤਾ। ਮੈਂ ਇਕੱਲਾ ਨਹੀਂ ਸੀ ਗਿਆ, ਮੇਰੇ ਨਾਲ 10-11 ਬੰਦੇ ਗਏ ਸੀ ਕਾਂਗਰਸ ਦੇ ਵਿੱਚ, ਔਰ ਉਹਨਾਂ ਦੇ ਵਿੱਚੋਂ 6 ਬੰਦੇ ਐਸੇ ਸੀ ਜਿਹੜੇ ਸਾਰੇ ਬਹੁਜਨ ਸਮਾਜ ਪਾਰਟੀ ਤੋਂ ਐਮਐਲਏ ਦਾ ਇਲੈਕਸ਼ਨ ਲੜ ਚੁੱਕੇ ਸੀ। ਮੈਂ ਉਹਨਾਂ ਦਾ ਆਗੂ ਸੀ, ਲੇਕਿਨ ਕਿਸੇ ਨੂੰ ਪੁੱਛਿਆ ਨਹੀਂ। ਅੱਜ ਸਾਰੇ ਨਿਰਾਸ਼ ਹੋ ਕੇ ਬਹਿ ਗਏ। ਫਿਰ ਮੈਂ ਸੋਚਿਆ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਕਾਂਗਰਸ ਪਾਰਟੀ ਮੈਨੂੰ ਐਵੇਂ ਹੀ ਸਮਝਦੀ ਹੈ ਨਾ, ਕੋਈ ਜ਼ਿੰਮੇਵਾਰੀ ਨਹੀਂ, ਕੋਈ ਚੇਅਰਮੈਨੀ ਨਹੀਂ, ਕੋਈ ਕੁਛ ਨਹੀਂ, ਕੋਈ ਟਿਕਟ ਨਹੀਂ, ਵੀ ਮੈਨੂੰ ਐਂ ਲੱਗਦਾ ਵੀ ਮੈਂ ਇਹਨਾਂ ਦੇ ਨਾਲ ਚਿੰਬੜਿਆ ਹੋਇਆ ਹੈ ਨਾ। ਸੋ ਮੈਂ ਕਿਹਾ ਫੈਸਲਾ ਕਰ ਲਿਆ, ਮੈਂ ਕਿਹਾ ਲੜਨਾ। ਉੱਤੋਂ ਮਹਾਂਪੁਰਸ਼ਾਂ ਦਾ ਆਦੇਸ਼ ਹੋ ਗਿਆ, ਉੱਤੋਂ ਇਹੋ ਜਿਹਾ ਮਾਹੌਲ ਸੀ। ਤੇ ਅੱਜ ਸੰਗਤ ਦੇ ਵਿੱਚ ਗਿਆ 25 ਪ੍ਰਤਿਗਿਆਵਾਂ ਲੈ ਕੇ, ਔਰ ਮੇਰੀ ਗੱਲ ਵਿੱਚ ਰਹਿ ਗਈ ਸੀ। ਸਭ ਤੋਂ ਪਹਿਲਾਂ ਰਮਨਜੀਤ ਲਾਲੀ ਦਾ ਏਜੰਡਾ ਜਸਨੂਰ ਕਿ ਮੈਂ ਰੋਟੀ, ਮਕਾਨ, ਰੋਜ਼ਗਾਰ, ਸਿੱਖਿਆ ਤੇ ਸਿਹਤ ਸੇਵਾਵਾਂ ਨੂੰ ਹਰ ਇੱਕ ਨਾਗਰਿਕ ਦੇ ਮੌਲਿਕ ਅਧਿਕਾਰਾਂ 'ਚ ਸ਼ਾਮਲ ਕਰਕੇ ਉਹਨੂੰ ਇੰਪਲੀਮੈਂਟ ਕਰਾਉਣਾ। ਰਮਨਜੀਤ ਲਾਲੀ ਚਾਹੁੰਦਾ ਹੈ ਕਿ ਸਿੱਖਿਆ ਦੇ ਖੇਤਰ ਦਾ ਵਰਗੀਕਰਨ ਤੇ ਵਪਾਰੀਕਰਨ ਖਤਮ ਕਰਕੇ ਸਾਰਿਆਂ ਲਈ ਇੱਕ ਸਮਾਨ ਸਿੱਖਿਆ ਨੂੰ ਲਾਗੂ ਕਰਨਾ ਚਾਹੁੰਦਾ। ਮੈਂ ਚਾਹੁੰਦਾ ਕਿ ਸੁਸਾਇਟੀ ਦੇ ਅੰਦਰ ਜਾਤੀਵਾਦ ਦੇ ਚੱਲਦੇ ਹੋਏ ਪੰਜਾਬ ਦੇ ਅੰਦਰ ਅਨੁਸੂਚਿਤ ਜਾਤੀ ਦੇ 35 ਤੋਂ 40% ਲੋਕ ਰਹਿੰਦੇ ਇਹ ਤਾਂ ਵੋਟ ਬੈਂਕ ਆ। ਤੁਸੀਂ ਉਹਨਾਂ ਨੂੰ ਵੋਟਾਂ ਲਈ ਇਸਤੇਮਾਲ ਕਰਦੇ ਹੋ। ਚੰਨੀ ਸਾਹਿਬ ਨੂੰ ਪ੍ਰੋਜੈਕਟ ਕਰਤਾ, ਵੋਟਾਂ ਦੀ ਖਾਤਰ ਕਰਤਾ। ਕੋਈ ਕਹਿੰਦਾ ਜੀ ਡਿਪਟੀ ਸੀਐਮ ਅਸੀਂ ਉਹਨਾਂ ਦਾ ਬਣਾ ਦਿਆਂਗੇ, ਲੇਕਿਨ ਰਮਨਜੀਤ ਲਾਲੀ ਉਹ ਤੁਹਾਡਾ ਸਵਾਰਥ ਹੋ ਸਕਦਾ। ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾ ਦਿਓਗੇ, ਸੁਖਬੀਰ ਹੁਣੀ ਕਹਿੰਦੇ ਡਿਪਟੀ ਮੁੱਖ ਮੰਤਰੀ ਇਹਨਾਂ 'ਚੋਂ ਬਣਾ ਦਿਆਂਗੇ, ਪਰ ਨਹੀਂ, ਰਮਨਜੀਤ ਲਾਲੀ ਇਹ ਕਹਿੰਦਾ ਜਿੰਨੀ ਜਿਨ੍ਹਾਂ ਦੀ ਸੰਖਿਆ ਭਾਰੀ ਉਨੀ ਉਹਨਾਂ ਦੀ ਹਿੱਸੇਦਾਰੀ। ਸਰਕਾਰੀ ਸੰਸਾਧਨਾਂ ਦੇ ਵਿੱਚ ਉਹਨਾਂ ਦੀ ਹਿੱਸੇਦਾਰੀ ਕੌਣ ਦਊ? ਇਹ ਗੈਰ ਜ਼ਮੀਨੇ ਲੋਕ, ਕਿਤੇ ਨਾ ਕਿਤੇ ਰਾਜਨੀਤਿਕ ਲੋਕ ਹੀ ਲੋਕਾਂ ਨੂੰ ਧਰਮਾਂ ਤੇ ਵੰਡ ਰਹੇ। ਉਹੀ ਮੈਂ ਕਹਿੰਦਾ ਕਿ ਰਮਨਜੀਤ ਲਾਲੀ ਚਾਹੁੰਦਾ ਸੀ ਕਿ ਇਸ ਵਰਗ ਦੇ ਲੋਕਾਂ ਨੂੰ, ਜਿਨ੍ਹਾਂ ਦੇ ਕੋਲ ਕੋਈ ਜ਼ਮੀਨ ਨਹੀਂ ਹੈ, ਜਿਨ੍ਹਾਂ ਦੇ ਕੋਲ ਕੋਈ ਕਾਰੋਬਾਰ ਨਹੀਂ ਹੈ, ਜਿਨ੍ਹਾਂ ਦੀ ਕੋਈ, ਅਸੀਂ ਸ਼ਰਾਬ ਪੀਣ ਵਾਲੇ ਹਾਂ, ਸ਼ਰਾਬ ਵੇਚਣ ਵਾਲੇ ਕਿਉਂ ਨਹੀਂ? ਅਸੀਂ ਦਿਹਾੜੀ ਕਰਨ ਵਾਲੇ ਹਾਂ, ਮਾਲਕ ਕਿਉਂ ਨਹੀਂ? ਅਸੀਂ ਫੈਕਟਰੀ ਦੇ ਵਿੱਚ ਮਜ਼ਦੂਰ ਹਾਂ, ਕਟਰ ਮਾਸਟਰ ਹਾਂ, ਅਸੀਂ ਫੈਕਟਰੀ ਦੇ ਮਾਲਕ ਕਿਉਂ ਨਹੀਂ? ਉਹ ਇਸੇ ਕਰਕੇ ਕਿ ਸਾਨੂੰ ਸਾਡੀ ਹਿੱਸੇਦਾਰੀ ਮਿਲਦੀ ਨਹੀਂ। ਇਸ ਕਰਕੇ ਮੈਂ ਫੈਸਲਾ ਕੀਤਾ, ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ। ਮੈਂ ਕਿਹਾ ਸੀ ਮੈਂ ਗੁਰੂ ਮਹਾਰਾਜ ਮੈਂ ਉਸ ਜਗ੍ਹਾ ਤੇ ਜਾਵਾਂ, ਤੁਸੀਂ ਮੇਰੇ 'ਤੇ ਕਿਰਪਾ ਕਰਿਓ, ਮੇਰੇ ਲੋਕ ਮੇਰੇ 'ਤੇ ਕਿਰਪਾ ਕਰਨ। ਔਰ ਮੈਨੂੰ ਮੀਡੀਆ ਨੇ ਬਾਰ-ਬਾਰ ਪੁੱਛਿਆ ਕਿ ਤੁਸੀਂ ਕੀ ਕਰੋਗੇ, ਕਿੱਦਾਂ ਜਿੱਤੋਗੇ? ਮੈਂ ਕਿਹਾ ਰਮਨਜੀਤ ਲਾਲੀ ਨੂੰ ਆਪਣੇ ਕੰਮਾਂ 'ਤੇ ਮਾਣ ਹੈ ਅਤੇ ਆਪਣੀ ਕੌਮ 'ਤੇ ਮਾਣ ਹੈ। ਮੇਰੀ ਕੌਮ ਬਹੁਤ ਵੱਡੀ ਗਿਣਤੀ 'ਚ ਰਹਿੰਦੀ ਹੈ। ਮੈਂ ਇਹ ਚਾਹੁੰਦਾ ਸੀ ਕਿ ਰਮਨਜੀਤ ਲਾਲੀ ਉਸ ਜਗ੍ਹਾ 'ਤੇ ਜਾਵੇ ਜਿੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਪਿਆ, ਜਿੱਥੇ ਗਰੀਬਾਂ ਦੀਆਂ ਤਕਦੀਰਾਂ ਦੇ ਫੈਸਲੇ ਹੁੰਦੇ ਆ, ਜਿੱਥੇ ਇਹਨਾਂ ਨੂੰ ਕੀ ਦੇਣਾ ਉਹ ਲਿਖਿਆ ਜਾਂਦਾ। ਜੀ ਇਸ ਵਾਰ ਕਾਂਗਰਸ ਪਾਰਟੀ 'ਚ ਹੁੰਦੇ ਤਾਂ ਕਿਸ ਦਾ ਸਮਰਥਨ ਕਰਦੇ? ਮੈਂ ਦੇਖੋ, ਮੈਂ ਇੱਕ ਗੱਲ ਕਹੀ ਸੀ ਕਿ ਕਾਂਗਰਸ ਨਾਲ ਮੇਰਾ ਵੈਰ ਨਹੀਂ, ਰਕੇਸ਼ ਪਾਂਡੇ ਤੇਰੀ ਖੈਰ ਨਹੀਂ। ਔਰ ਰਕੇਸ਼ ਪਾਂਡੇ ਜੀ ਯਾਦ ਕਰਿਓ 2007 ਦੇ ਵਿੱਚ ਵੀ ਮੈਂ ਆਇਆ ਸੀ ਉੱਤਰੀ ਤੋਂ, ਲੜਿਆ ਸੀ ਐਮਐਲਏ, ਤੁਸੀਂ ਹਾਰ ਗਏ ਸੀ। ਤੇ ਅੱਜ 22 ਦੇ ਵਿੱਚ ਵੀ ਆਇਆ, ਤੁਸੀਂ ਹਾਰਨਾ। ਕਿਉਂ? ਜਿਸ ਡਾਕਟਰ ਅੰਬੇਡਕਰ ਭਵਨ ਦੀਆਂ ਨੀਹਾਂ ਦੇ ਵਿੱਚ ਰਮਨਜੀਤ ਲਾਲੀ ਦੀ ਚਰਬੀ ਢਲ ਢਲ ਕੇ ਪਈ ਹੋਵੇ, ਉਹਦੇ ਸਾਥੀਆਂ ਦਾ ਖੂਨ ਪਸੀਨਾ ਵਹਿਆ ਹੋਵੇ, ਜਿਹਨੇ ਸੰਤਾਪ ਭੋਗਿਆ ਹੋਵੇ, ਜਿਸ ਨੇ ਤਸ਼ੱਦਦ ਸਹਿਆ ਹੋਵੇ, ਜਿਹੜਾ ਜੇਲ੍ਹ ਦੀ ਕਾਲ ਕੋਠੜੀ 'ਚ ਬੰਦ ਰਿਹਾ ਹੋਵੇ, ਜਿਸ ਨੇ 13 ਸਾਲ ਲਾਏ ਹੋਣ, ਉਹ ਸ਼ਹਿਰ ਨੂੰ ਧਰੋਹਰ ਦੇਣ ਲਈ, ਬਾਬਾ ਸਾਹਿਬ ਦਾ ਨਾਮ ਉੱਚਾ ਕਰਨ ਲਈ। ਤੁਸੀਂ ਤਾਂ ਉੱਥੇ ਬੜੇ ਨਹੀਂ ਪਾਂਡੇ ਸਾਹਿਬ, ਤੁਹਾਡੇ ਫੰਡ 'ਚ ਉੱਥੇ ਕਦੀ ਦੁੱਕੀ ਨਹੀਂ ਲੱਗੀ। ਅਸੀਂ ਉਹਦੇ ਲਈ ਅੰਦੋਲਨ ਕਰਦੇ ਸੀ, ਕਦੀ ਤੁਸੀਂ ਉਸ ਧਰਨੇ ਦੇ ਵਿੱਚ ਨਹੀਂ ਸ਼ਾਮਲ ਹੋਏ, ਕਦੀ ਤੁਸੀਂ ਉਸ ਅੰਬੇਦਕਰ ਭਵਨ ਨੂੰ ਬਣਾਉਣ ਵਾਸਤੇ ਕਦੀ ਅਖਬਾਰ 'ਚ ਸਟੇਟਮੈਂਟ ਨਹੀਂ ਦਿੱਤੀ। ਔਰ ਜਿੱਦਣ ਬਣ ਗਿਆ 6 ਮਹੀਨੇ ਪਹਿਲਾਂ ਤੁਸੀਂ ਕਿਸੇ ਮਰਗ 'ਤੇ ਆਏ ਸੀ, ਕਿਸੇ ਵਿਆਹ 'ਤੇ ਆਏ ਸੀ, ਸਿਰਫ ਤੁਸੀਂ ਦੇਖਿਆ ਕਿਆ ਬਾਤ ਹੈ। 13 ਸਾਲ। ਔਰ ਮੈਂ ਯਾਦ ਕਰਿਓ ਪਾਂਡੇ ਸਾਹਿਬ 1994 ਦੇ ਵਿੱਚ ਨੀਂਹ ਪੱਥਰ ਰੱਖਿਆ ਸੀ ਤੇ ਲਾਲੀ ਨੇ ਲੜ ਕੇ ਉਹਦਾ ਸ਼ੁਰੂਆਤ 2011 'ਚ ਕਰਾਈ ਸੀ। ਪਿਛਲੀ ਗਵਰਨਮੈਂਟ ਸੀ ਅਕਾਲੀ ਦਲ ਦੀ, ਉਹਨਾਂ ਨੇ ਜਗ੍ਹਾ ਲਾਟ ਕੀਤੀ ਸੀ। ਉਸ ਗਵਰਨਮੈਂਟ ਨੇ, ਪਿਛਲੀ ਨੇ 4.5 ਕਰੋੜ ਰੁਪਈਆ ਉਹਦਾ ਢਾਂਚਾ ਲਾ ਕੇ ਜਿਹੜਾ ਹੈਗਾ ਤਿਆਰ ਕੀਤਾ ਸੀ। ਔਰ ਤੁਸੀਂ 1992 ਤੋਂ ਐਮਐਲਏ ਬਣ ਰਹੇ ਹੋ, 92 ਤੋਂ ਲੈ ਕੇ 11 ਤੱਕ ਦੇਖ ਲਾ, ਜਸਨੂਰ 19 ਸਾਲ ਹੋ ਗਏ ਉੱਥੇ ਨੀਂਹ ਪੱਥਰ ਪਿਆ ਸੀ। ਉਦੋਂ ਪਾਂਡੇ ਸਾਹਿਬ ਨੂੰ ਯਾਦ ਨਹੀਂ ਆਈ ਅੰਬੇਦਕਰ ਭਵਨ ਬਣਾਉਣ ਦੀ। ਹੁਣ ਜਦੋਂ ਉਹ ਬਣ ਗਿਆ ਤੇ ਪਾਂਡੇ ਸਾਹਿਬ ਉਹਦੇ ਰੈਪਰ ਜੇ ਛਪਾ ਕੇ ਨਾ, ਪੰਫਲੇਟ ਛਪਾ ਕੇ ਲੋਕਾਂ ਨੂੰ ਘਰਾਂ ਦੇ ਵਿੱਚ ਵੰਡ ਰਿਹਾ ਕਿ ਇਹ ਡਾਕਟਰ ਅੰਬੇਡਕਰ ਭਵਨ
ਪਾਂਡੇ ਸਾਹਿਬ ਦੀ ਮਿਹਨਤ ਦੀ ਬਦੌਲਤ ਬਣ ਗਿਆ, ਉਸ ਗੱਲ ਨੇ ਮੈਨੂੰ ਠੇਸ ਪਹੁੰਚਾਈ। ਇਸ ਕਰਕੇ ਮੈਂ ਕਿਹਾ ਪਾਂਡੇ ਸਾਹਿਬ, ਇੱਕ ਨਾ ਕਹਾਵਤ ਹੈ, ਪਤਾ ਨਹੀਂ ਸੱਚ ਆ ਕਿ ਝੂਠ ਹੈ, ਕਹਿੰਦੇ ਗਾਂਧੀ ਜੀ ਇੰਗਲੈਂਡ ਦੇ ਵਿੱਚ ਟ੍ਰੇਨ 'ਚ ਸਫ਼ਰ ਕਰ ਰਹੇ ਸੀ ਔਰ ਇੱਕ ਸਟੇਸ਼ਨ 'ਤੇ ਆ ਕੇ ਟੀਟੀ ਨੇ ਗਾਂਧੀ ਜੀ ਨੂੰ ਆਪਣੇ ਟ੍ਰੇਨ 'ਚੋਂ ਬਾਹਰ ਕੱਢਤਾ। ਉਹ ਕਹਿੰਦੇ ਕੀ ਗੱਲ ਬਈ? ਉਹ ਕਹਿੰਦੇ ਮਿਸਟਰ ਗਾਂਧੀ, ਤੁਹਾਡੇ ਵਰਗੇ ਇਹੋ ਜਿਹੇ ਜਿਨ੍ਹਾਂ ਨੇ ਤੁਸੀਂ ਇੱਦਾਂ ਦਾ ਜਿਹੜਾ ਲਿਬਾਸ ਪਾਇਆ, ਇਹੋ ਜਿਹੇ ਬੰਦੇ ਸਾਡੀ ਟ੍ਰੇਨ 'ਚ ਸਫ਼ਰ ਨਹੀਂ ਕਰ ਸਕਦੇ। ਤੇ ਗਾਂਧੀ ਨੇ ਫਿਰ ਇੱਕ ਪ੍ਰਣ ਲਿਆ ਸੀ ਕਿ ਗੋਰਿਓ, ਤੁਸੀਂ ਮੈਨੂੰ ਆਪਣੀ ਟ੍ਰੇਨ 'ਚੋਂ ਕੱਢਿਆ, ਮੈਂ ਤੁਹਾਨੂੰ ਆਪਣੇ ਦੇਸ਼ 'ਚੋਂ ਬਾਹਰ ਕੱਢੂੰਗਾ। ਇਹ ਅਖਾਣ ਆ, ਵਖਾਣ ਆ, ਸੱਚਾਈ ਕੀ। ਇਸੇ ਤਰ੍ਹਾਂ ਰਮਨਜੀਤ ਲਾਲੀ ਨੇ ਵੀ ਕਿਹਾ ਕਿ ਪਾਂਡੇ ਸਾਹਿਬ, ਚੰਨੀ ਸਾਹਿਬ ਆਏ ਸੀ ਅੰਬੇਦਕਰ ਭਵਨ ਦੇ ਵਿੱਚ, ਮੇਰੇ ਕੁਝ ਲੋਕ ਪਾਂਡੇ ਦੇ ਸਮਰਥਨ 'ਚ ਟਿਕਟ ਲੈਣ ਦੀ ਖਾਤਰ ਕੌਂਸਲਰ ਦੀ ਉਹ ਗੱਲਾਂ ਕਰਦੇ ਆ ਕਿ ਪਾਂਡੇ ਸਾਹਿਬ ਦੀ ਬਦੌਲਤ ਚੰਨੀ ਸਾਹਿਬ ਉਦਣ 16 ਦਸੰਬਰ ਨੂੰ 4 ਕਰੋੜ ਤੇ 14 ਲੱਖ ਰੁਪਈਆ ਉੱਥੇ ਦੇ ਗਏ। ਮੈਂ ਇਹਨਾਂ ਨੂੰ ਸਵਾਲ ਕਰਦਾ ਵੀ ਉਹ ਤਾਂ 4 ਕਰੋੜ 14 ਲੱਖ ਦਾ ਚੈੱਕ ਕਮਿਸ਼ਨਰ ਸਾਹਿਬ ਦੇ ਕੋਲ ਪਿਆ, ਉਹ ਤਾਂ ਹਜੇ ਕੈਸ਼ ਵੀ ਨਹੀਂ ਹੋਇਆ ਹੋਣਾ, ਬਾਅਦ 'ਚ ਜ਼ਾਬਤਾ ਲੱਗ ਗਿਆ, ਉਹ ਤਾਂ ਪੈਸੇ ਲੱਗਣੇ ਆ। ਨਾਲੇ ਮੈਨੂੰ ਡੀਸੀ ਸਾਹਿਬ ਨੇ ਕਿਹਾ ਲੁਧਿਆਣੇ ਦੇ ਕਿ ਲਾਲੀ ਜੀ, ਚੰਨੀ ਸਾਹਿਬ ਆ ਰਹੇ ਆ ਉੱਤਰੀ ਦੇ ਵਿੱਚ, ਉਹਨਾਂ ਨੇ ਅੰਬੇਦਕਰ ਭਵਨ ਵੀ ਆਉਣਾ, ਅਤੇ ਤੁਹਾਡੇ ਲਈ ਇੱਕ ਬਹੁਤ ਵਧੀਆ ਕੰਮ ਹੋ ਗਿਆ ਕਿ ਤੁਸੀਂ ਲੰਬਾ ਟਾਈਮ ਤੋਂ ਸੰਘਰਸ਼ ਕਰ ਰਹੇ ਹੋ। ਅਤੇ ਉਹ ਕਹਿੰਦੇ ਸੀ ਕਿ ਉੱਤਰੀ 'ਚ ਕੁਝ ਹੋਣ ਵਾਲਾ ਤਾਂ ਨਹੀਂ, ਅਤੇ ਅਸੀਂ ਉਹਨਾਂ ਨੂੰ ਕਿਹਾ ਜੀ ਵੀ ਉੱਥੇ ਇੱਕ ਡਾਕਟਰ ਅੰਬੇਦਕਰ ਭਵਨ ਬਣਦਾ, ਉਹਦੇ 'ਤੇ ਕੁਝ ਪੈਸਾ ਲੱਗਣਾ। ਅਤੇ ਚੰਨੀ ਸਾਹਿਬ ਨੇ ਕਿਹਾ ਕਿੰਨਾ ਪੈਸਾ ਲੱਗਣਾ ਜੀ? ਇੰਨਾ ਲੱਗਣਾ। ਉਹ ਡਰਾਫਟ ਬਣਾ ਕੇ ਲਿਆਏ, ਉਹਦੇ 'ਚ ਪਾਂਡੇ ਦਾ ਕੋਈ ਰੋਲ ਨਹੀਂ। ਫਿਰ ਚੰਨੀ ਸਾਹਿਬ ਆ ਗਏ, ਅਸੀਂ ਵੈਲਕਮ ਕੀਤਾ ਚੰਨੀ ਸਾਹਿਬ ਨੂੰ। ਚੰਨੀ ਸਾਹਿਬ ਦਾ ਮੈਂ ਸਤਿਕਾਰ ਕਰਦਾ, ਪਤਾ ਕਿਉਂ? ਅੰਬੇਦਕਰ ਚੌਂਕ ਦੇ ਵਿੱਚ ਜਿੱਥੇ ਬਾਬਾ ਸਾਹਿਬ ਦਾ ਸਟੈਚੂ ਲੱਗਿਆ, ਉਹਨਾਂ ਨੇ ਉੱਥੇ ਗੱਡੀ ਰੋਕੀ, ਮੈਂ ਵੈਲਕਮ ਕੀਤਾ। ਮੈਂ ਕਿਹਾ ਜੀ ਆਪਾਂ ਸਟੈਚੂ 'ਤੇ ਹਾਰ ਪਾਉਣਾ। ਚਲੋ ਕੁਛ ਉੱਥੇ ਵਿਰੋਧੀ ਲੋਕ ਇਕੱਠੇ ਹੋਏ ਸੀ, ਨਾਅਰੇਬਾਜ਼ੀ ਕਰਦੇ ਸੀ, ਉਹ ਰਹਿ ਗਿਆ। ਕਹਿੰਦੇ ਆਪਾਂ ਉੱਥੇ ਹੀ ਕਰ ਦਿਆਂਗੇ, ਅੰਬੇਦਕਰ ਭਵਨ ਦੇ ਵਿੱਚ ਜਾ ਕੇ ਫੁੱਲ ਪਾ ਦਿਆਂਗੇ ਤਸਵੀਰ 'ਤੇ। ਲੇਕਿਨ ਚੰਨੀ ਸਾਹਿਬ ਮੈਨੂੰ ਆਪਣੀ ਗੱਡੀ ਦੇ ਵਿੱਚ ਐਜ ਏ CM, ਆਸ਼ੂ ਜੀ ਨਾਲ ਸੀ, ਡਿਪਟੀ ਮੁੱਖ ਮੰਤਰੀ ਨਾਲ ਸੀ, ਕੁਲਦੀਪ ਸਿੰਘ ਵੈਦ MLA, ਇਹ ਸਾਰੇ ਉਸ ਗੱਡੀ 'ਚ ਬੈਠੇ ਸੀ। ਲੇਕਿਨ ਮੈਨੂੰ ਚੰਨੀ ਸਾਹਿਬ ਨਾਲ ਲੈ ਕੇ ਆਏ, ਉਸ ਗੱਡੀ 'ਚ ਬਿਠਾ ਕੇ, ਤੂੰ ਮੇਰੇ ਨਾਲ ਬੈਠ। ਮੈਂ ਉਹਨਾਂ ਨੂੰ ਕਿਹਾ ਚੰਨੀ ਸਾਹਿਬ, ਮੈਂ ਕੁਝ ਗੱਲਾਂ ਕਰਨੀਆਂ 2-4 ਮਿੰਟ ਵਾਸਤੇ ਸਟੇਜ ਦੇ ਉੱਤੇ, ਜਿਹਦੇ ਨਾਲ ਕੌਮ ਦਾ ਔਰ ਅੰਬੇਦਕਰ ਭਵਨ ਦਾ ਫਾਇਦਾ ਹੋ ਜਾਏਗਾ, ਲੋਕਾਂ ਦਾ ਫਾਇਦਾ ਹੋ ਜੂ। ਕਹਿੰਦੇ ਕਰ ਲਈ। ਲੇਕਿਨ ਮੈਨੂੰ ਉੱਥੇ ਇਹਨਾਂ ਦੀ ਕੋਸ਼ਿਸ਼ ਸੀ ਪਾਂਡੇ ਸਾਹਿਬ ਦੀ ਵੀ ਇਹ ਸਟੇਜ 'ਤੇ ਵੀ ਨਾ ਚੜ੍ਹੇ, ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਜੇ ਮੈਂ ਉੱਥੇ ਬੋਲਿਆ ਹੁੰਦਾ ਅੰਬੇਦਕਰ ਭਵਨ ਦੀ ਸਟੇਜ 'ਤੇ ਚੰਨੀ ਸਾਹਿਬ ਦੇ ਸਾਹਮਣੇ, ਤਾਂ ਮੈਂ ਇਸ ਅੰਬੇਦਕਰ ਭਵਨ ਨੂੰ ਥੋੜ੍ਹਾ ਜਿਹਾ ਵੱਡਾ ਕਰਨ ਵਾਸਤੇ, ਉੱਥੇ ਪਾਰਕਿੰਗ ਦੀ ਦਿੱਕਤ ਆ ਰਹੀ ਹੈ, ਮੈਂ ਕਹਿਣਾ ਸੀ ਥੋੜ੍ਹੀ ਜਗ੍ਹਾ ਹੋਰ ਦੇ ਦਿਓ। ਮੈਂ ਉਹਨਾਂ ਨੂੰ ਕਹਿਣਾ ਸੀ ਇੱਥੇ ਗਰੀਬ ਲੜਕੀਆਂ ਦੇ ਵਿਆਹ ਹੁੰਦੇ ਆ, ਚੰਨੀ ਸਾਹਿਬ ਜਾਂਦੇ ਜਾਂਦੇ ਇਹਦੀ ਸਾਰੀ ਬਿਜਲੀ ਫ੍ਰੀ ਕਰ ਦਿਓ, ਚੰਨੀ ਸਾਹਿਬ ਇਹਨੂੰ ਰਸਤਾ ਸਿੱਧਾ ਪਾ ਦਿਓ। ਚੰਨੀ ਸਾਹਿਬ ਤੋਂ ਹੋਰ ਮੈਂ ਬਹੁਤ ਸਾਰੇ, ਮੈਂ ਕਹਿਣਾ ਸੀ ਆ ਮੇਰੇ ਲਈ ਖੱਬੇ ਪਾਸੇ ਥਾਣਾ, ਜਦੋਂ ਮੇਰਾ ਅੰਬੇਦਕਰ ਭਵਨ ਬਾਬਾ ਸਾਹਿਬ ਦਾ ਸੋਹਣਾ ਬਣ ਗਿਆ, ਆ ਜਿਹੜਾ ਥਾਣਾ ਪੁਰਾਣੇ ਸਟਾਈਲ ਦਾ ਬਣਿਆ, ਇਸ ਥਾਣੇ ਨੂੰ ਮਾਡਰਨ ਬਣਾ ਦਿਓ। ਚੰਨੀ ਸਾਹਿਬ ਇਸ ਪਾਸੇ ਹਸਪੀਟਲ ਬਣਾਉਣਾ ਚਾਹੁੰਦੇ ਆ, ਡਾਕਟਰ BR ਅੰਬੇਦਕਰ ਸਿਵਲ ਹਸਪਤਾਲ 2, ਉਹ ਕਰ ਦਿਓ। ਇਹ ਸਾਰੀਆਂ ਗੱਲਾਂ ਮੈਂ ਉਹਨਾਂ ਤੋਂ ਕਹਾਣੀਆਂ ਸੀ, ਲੇਕਿਨ ਇਹਨਾਂ ਨੇ ਮੈਨੂੰ ਉੱਥੇ ਬੋਲਣ ਨਹੀਂ ਦਿੱਤਾ। ਫਿਰ ਇਹਨਾਂ ਦੀ ਉੱਥੇ ਪਲੇਟ ਲੱਗੀ, ਉਦਘਾਟਨੀ ਪਲੇਟ, ਜਿਸ ਬੰਦੇ ਨੇ 13 ਸਾਲ ਜ਼ਿੰਦਗੀ ਦੇ ਲਾਏ ਹੋਣ, ਉਸ ਪਲੇਟ ਦੇ ਵਿੱਚ ਉਹਦਾ ਕੋਈ ਨਾਮ ਨਹੀਂ। ਐਜ ਏ ਸਮਾਜ ਸੇਵਕ, ਐਜ ਹੀ ਸਮਾਜ ਸੇਵਕ ਵੀ ਲੱਗ ਸਕਦਾ ਸੀ, ਸਮਾਜ ਸੇਵਕ ਕੁਛ ਕੋਈ ਨਾਂ ਨਹੀਂ। ਫਿਰ ਮੈਂ ਵੀ ਗਾਂਧੀ ਵਾਂਗੂ ਪ੍ਰਣ ਕੀਤਾ ਕਿ ਤੁਸੀਂ ਮੈਨੂੰ ਆਪਣੀ ਸਟੇਜ ਤੋਂ ਨਹੀਂ ਬੋਲਣ ਦਿੱਤਾ, ਤੁਸੀਂ ਮੈਨੂੰ ਸਟੇਜ 'ਤੇ ਨਹੀਂ ਚੜ੍ਹਨ ਦਿੱਤਾ, ਤੁਸੀਂ ਉਸ ਉਦਘਾਟਨੀ ਪਲੇਟ ਦੇ ਵਿੱਚੋਂ ਰਮਨਜੀਤ ਲਾਲੀ ਨੂੰ ਕੱਢਿਆ। ਤਾਂ ਮੈਂ ਵੀ ਪ੍ਰਣ ਕਰਦਾ ਕਿ ਆ ਫਰਵਰੀ ਦੇ ਵਿੱਚ ਇਲੈਕਸ਼ਨ ਆ ਰਹੇ ਆ, ਮੈਂ ਵੀ ਤੁਹਾਨੂੰ ਇਸ ਵਿਧਾਨ ਸਭਾ ਦੇ ਵਿੱਚੋਂ ਕੱਢੂੰਗਾ। ਇਸ ਕਰਕੇ ਤੁਸੀਂ ਗੱਲ ਕਹੀ ਸੀ ਸਮਰਥਨ, ਅੱਜ ਜੇ ਰਮਨਜੀਤ ਲਾਲੀ ਜਿੱਤ ਜਾਏ ਔਰ ਇਹ ਰਕੇਸ਼ ਪਾਂਡੇ ਜੀ ਇੱਥੋਂ ਹਾਰਨ ਵਾਲੇ ਆ, ਜਿੱਤੇਗਾ, ਹਰ ਬੰਦਾ ਆਸਮੰਦ ਹੈ, ਰਮਨਜੀਤ ਲਾਲੀ ਜਿੱਤੂਗਾ। ਜੇ ਚੰਨੀ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣਨ, ਜੇ ਬਣਨ, ਕਿਉਂਕਿ ਬਣਨ ਵਾਸਤੇ ਕਹਿਣਾ ਸੌਖਾ, ਕੱਲ੍ਹ ਨੂੰ ਮੈਂ ਵੀ ਕਹਿ ਸਕਦਾ ਰਮਨਜੀਤ ਲਾਲੀ ਮੁੱਖ ਮੰਤਰੀ ਬਣੇਗਾ, ਪਰ ਮੇਰੇ ਕੋਲ 59 ਬੰਦੇ ਵੀ ਚਾਹੀਦੇ ਆ। ਜੇ 59 ਬੰਦੇ ਲੈ ਕੇ ਕਾਂਗਰਸ ਸਰਕਾਰ ਬਣਾਉਂਦੀ ਹੈ, ਚੰਨੀ ਸਾਹਿਬ ਮੁੱਖ ਮੰਤਰੀ ਬਣਦੇ ਆ, ਤਾਂ ਰਮਨਜੀਤ ਲਾਲੀ ਉਹਦਾ ਸਮਰਥਨ ਕਰੇਗਾ। ਲਾਲੀ ਤੇ ਚੰਨੀ ਦੀ ਜੋੜੀ ਸਮਾਜ ਦੀ ਦਸ਼ਾ ਨੂੰ ਬਦਲਣ ਦੀ ਯਤਨ ਕਰੇਗੀ। 10 ਮਾਰਚ ਨੂੰ ਜੇ ਫਿਰ ਤੁਸੀਂ ਸ਼ੋਰ ਹੋ ਤੁਹਾਡੇ ਹੱਕ 'ਚ ਆਉਣ ਵਾਲੇ? ਦੇਖੋ ਜੀ, ਮੈਂ ਜਿੱਦਾਂ ਤੁਹਾਨੂੰ ਕਿਹਾ, ਮੈਨੂੰ ਆਪਣੇ ਕੰਮਾਂ 'ਤੇ ਮਾਣ ਆ ਅਤੇ ਮੇਰੀ ਕੌਮ 'ਤੇ ਮਾਣ ਆ। ਮੇਰੀ ਕੌਮ ਜਿਹੜੀ ਇੱਥੇ 1,95,000 ਦੇ ਤਕਰੀਬਨ 98,000 ਦੇ ਤਕਰੀਬਨ ਕੁੱਲ 60-61% ਵੋਟ ਪਈ ਹੈ। 1,20,000 ਦੇ ਰਾਊਂਡ ਵੋਟ ਪਈ ਹੈ। ਹੁਣ ਉਹਦੇ ਵਿੱਚ 9 ਕੈਂਡੀਡੇਟ ਹੋਰ ਹੈ,
ਜਿਹਦੇ ਵਿੱਚੋਂ ਚਾਰਾਂ ਦੇ ਵਿੱਚ ਤਾਂ ਚਾਰਾਂ ਪੰਜਾਂ ਦੇ ਵਿੱਚ ਮੁਕਾਬਲਾ ਸਿੱਧਾ। ਤੇ ਇਸ ਕਰਕੇ ਜਿਹੜੇ ਬੰਦੇ ਨੂੰ 25,000 ਤੋਂ 30,000 ਦੇ ਵਿੱਚ ਵੋਟ ਪੈ ਗਈ ਉਹਨੇ MLA ਬਣ ਜਾਣਾ। ਔਰ ਮੇਰੀ ਕਮਿਊਨਿਟੀ, ਮੇਰਾ ਸਮਾਜ ਹੀ ਇੱਥੇ ਤਕਰੀਬਨ 1,20,000 ਜੇ ਵੋਟ ਪਈ ਹੈ, ਉਹਦੇ ਵਿੱਚੋਂ 50-60,000 ਇਕੱਲਾ ਹੀ ਹੈ। ਔਰ ਜੇ ਉਹਨਾਂ ਦੇ ਮਨ ਦੇ ਵਿੱਚ ਹੋ ਗਿਆ ਯਾਰ ਵੀ ਲਾਲੀ ਸਾਡੀ ਕੌਮ ਦਾ, ਉੱਤੋਂ ਪ੍ਰਮਾਤਮਾ ਨੇ ਮੈਨੂੰ ਨਿਸ਼ਾਨ ਵੀ ਐਸਾ ਹੀ ਬਖਸ਼ਿਆ ਸੀ, ਹੀਰਾ ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਗੁਰੂ ਸਾਹਿਬ ਦੇ ਤੁਕਾਂ ਬਾਣੀ 'ਚੋਂ ਹੀਰਾ। ਔਰ ਜਿੱਦਣ ਮੈਂ ਉਹ ਹੀਰਾ ਪਾਇਆ, ਲੋਕਾਂ ਦੀ ਮੈਂ ਭਾਵਨਾ ਦੀ ਗੱਲ ਕਰਦਾ, ਮੈਂ ਜਦੋਂ ਉਹ ਹੀਰਾ ਪਾਇਆ ਕਿ ਮੈਨੂੰ ਨੈੱਟ ਦੇ ਉੱਤੇ ਫੇਸਬੁੱਕ 'ਤੇ ਵੀ ਮੈਨੂੰ ਹੀਰਾ ਨਿਸ਼ਾਨ ਮਿਲਿਆ, ਜਸਨੂਰ 500 ਲੋਕਾਂ 1000 ਲੋਕਾਂ ਨੇ ਇਹ ਕਿਹਾ ਸਾਡਾ ਲੀਡਰ ਵੀ ਹੀਰਾ ਸੀ, ਸਾਡਾ ਲਾਲੀ ਵੀ ਹੀਰਾ, ਉਹਦਾ ਨਿਸ਼ਾਨ ਵੀ ਹੀਰਾ। ਔਰ ਮੈਂ ਜਸਨੂਰ, ਮੈਨੂੰ ਜਿਸ ਗੱਲ ਦਾ ਮਾਣ ਹੈ, ਮੈਨੂੰ ਆਪਣੇ ਕੰਮਾਂ 'ਤੇ ਮਾਣ ਹੈ, ਮੈਨੂੰ ਆਪਣੀ ਕੌਮ 'ਤੇ ਮਾਣ ਹੈ। ਇਹ ਇਕਜੁੱਟ ਹੋਏ ਹੋਣਗੇ, ਇਹ ਸਾਰੇ ਮੇਰੀ ਕੌਮ ਦੇ ਲੋਕ ਕਹਿੰਦੇ ਸਾਰੇ ਕਰ ਲਓ ਇੱਕ ਆ ਬੇਗਮਪੁਰਾ ਵਸਾਉਣਾ, ਗੁਰੂ ਰਵਿਦਾਸ ਮਹਾਰਾਜ ਦਾ ਉਹ ਬੇਗਮਪੁਰਾ ਸ਼ਹਿਰ ਵਸਾਉਣ ਦੀ ਜਿਹੜੀ ਕਲਪਨਾ ਸੀ, ਸ਼ਾਇਦ ਇਕੱਠੇ ਹੋਏ ਹੋਣਗੇ। ਇੱਕ ਰਮਨਜੀਤ ਲਾਲੀ ਨੇ ਕਰੋਨਾ ਕਾਲ ਦੇ ਸਮੇਂ ਜਦੋਂ ਲੋਕ ਡਰਦੇ ਸੀ, ਜਦੋਂ ਐਂ ਲੱਗਦਾ ਸੀ ਵੀ ਪਤਾ ਨਹੀਂ ਮੌਤ ਆ, ਤੇ ਮੈਂ 50,000 ਲੋਕਾਂ ਨੂੰ ਡਾਕਟਰ ਅੰਬੇਡਕਰ ਭਵਨ ਦੇ ਵਿੱਚ ਵੈਕਸੀਨੇਸ਼ਨ ਦੇ ਕੈਂਪ ਲਵਾ ਕੇ ਟੀਕੇ ਲਗਵਾਏ ਬਿਨਾਂ ਆਪਣੀ ਜਾਨ ਦੇ ਪਰਵਾਹ ਕੀਤੇ। ਜਦੋਂ ਲੋਕ ਘਰਾਂ ਦੇ ਵਿੱਚ ਭੁੱਖੇ ਬੈਠੇ ਸੀ, ਸਰਕਾਰ ਵੱਲੋਂ ਆਸ਼ੂ ਜੀ ਮੰਤਰੀ ਸੀ, ਮੈਂ ਕਿਹਾ ਜੀ ਮੈਂ ਵੀ ਗਰੀਬ ਗੁਰਬੇ ਲੋਕਾਂ ਦੇ ਵਿੱਚ ਵਿਚਰਦਾ, ਮੇਰੀ ਵੀ ਮਦਦ ਕਰੋ। ਕਈ ਟਰੱਕ ਉਹਨਾਂ ਨੇ ਮੈਨੂੰ ਭੇਜੇ, ਤਾਂ ਮੈਂ 5,000 ਲੋਕਾਂ ਦੇ ਭੁੱਖੇ ਜਿਹੜੇ ਬੈਠੇ ਸੀ ਉਹਨਾਂ ਦੇ ਘਰੇ ਰਾਸ਼ਨ ਦੀ ਕਿੱਟ ਪਹੁੰਚਾਈ ਹੈ। ਔਰ ਇਸ ਅੰਬੇਦਕਰ ਭਵਨ ਦੇ ਵਿੱਚ ਤਕਰੀਬਨ ਜਸਨੂਰ 250 ਤੋਂ 300 ਲੜਕੀ ਦੇ ਵਿਆਹ ਹੋ ਚੁੱਕੇ ਆ। ਸੋ ਜਿਹੜਾ ਵੀ ਉੱਥੇ ਆਉਂਦਾ, ਜਿੱਥੇ ਉਹਨੂੰ ਉਹ ਪਸੰਦ ਆਉਂਦਾ, ਮੈਂ ਨਿੱਜੀ ਦਿਲਚਸਪੀ ਲੈ ਕੇ ਰਾਤਾਂ ਨੂੰ ਜਾਗ ਕੇ ਇਹਨਾਂ ਮੋਢਿਆਂ ਦੇ ਉੱਤੇ ਮਜ਼ਦੂਰਾਂ ਨੂੰ ਖੜੇ ਕਰਕੇ ਉਸ ਡਾਕਟਰ ਅੰਬੇਡਕਰ ਦਾ, ਮੈਂ ਅੰਬੇਦਕਰ ਭਵਨ ਨਹੀਂ ਕਹਿੰਦਾ ਹੁੰਦਾ, ਮੈਂ ਕਿਹਾ ਉੱਥੇ ਬਾਬਾ ਸਾਹਿਬ ਦੀ ਰੂਹ ਰਹਿੰਦੀ ਹੈ, ਇਹ ਬਾਬਾ ਸਾਹਿਬ ਦਾ ਘਰ ਆ, ਉਹਨੂੰ ਸਮਾਰਿਆ ਸਜਾਇਆ। ਅੱਜ ਜਿਹੜਾ ਵੀ ਉਹਨੂੰ ਉੱਥੇ ਦੇਖਦਾ ਔਰ ਤੁਰੰਤ ਇਮੀਡੀਏਟਲੀ ਉੱਥੇ ਬੁਕਿੰਗ ਕਰਦੇ ਆ ਕਿ ਅਸੀਂ ਆਪਣੀ ਲੜਕੀ ਦਾ ਵਿਆਹ ਇੱਥੇ ਹੀ ਕਰਨਾ। ਔਰ ਸਭ ਤੋਂ ਵੱਡੀ ਗੱਲ, ਮੁਸਲਮਾਨ, ਦਲਿਤ, ਹਿੰਦੂ ਫੈਮਿਲੀ, ਸਿੱਖ ਫੈਮਿਲੀ, ਹਰ ਇੱਕ ਵਰਗ ਦੇ ਲੋਕ ਉੱਥੇ ਵਿਆਹ ਕਰਦੇ ਆ, ਕਿਉਂਕਿ ਰੋਜ਼ਾਨਾ 1.5 ਲੱਖ ਰੁਪਇਆ ਜਸਨੂਰ ਉੱਥੇ ਲੋਕਾਂ ਦਾ ਫਾਇਦਾ ਹੋ ਰਿਹਾ 2 ਵਿਆਹਾਂ ਦੇ ਵਿੱਚ। ਔਰ ਉੱਥੇ ਅੱਜ ਜੇ ਵਿਆਹ ਕਰਨਾ ਹੋਵੇ ਜਸਨੂਰ, ਕਿਸੇ ਨੇ ਬੁੱਕ ਕਰਾਉਣਾ ਹੋਵੇ, ਤੁਸੀਂ ਕਿਸੇ ਦੀ ਸਿਫਾਰਿਸ਼ ਕਰੋ ਤੇ ਤੁਹਾਨੂੰ 3 ਮਹੀਨੇ ਦੀ ਵੇਟਿੰਗ ਕਰਨੀ ਹੈ। ਇੰਨਾ ਉੱਥੇ ਲੋਕਾਂ ਦੀ ਆਸਥਾ ਹੈ। ਸੋ ਜੇ ਇਹ ਸਾਰੀਆਂ ਗੱਲਾਂ ਮੇਰੇ ਲੋਕਾਂ ਦੇ, ਮੈਨੂੰ ਇੱਕ ਮੈਂ ਹੋਰ ਨਵੇਕਲਾ ਕੰਮ ਕੀਤਾ, 10,000 ਚਿੱਠੀ ਮੈਂ ਆਪਣੇ ਕਾਰਜ ਜੋ ਮੈਂ ਕੀਤੇ, ਜੋ ਮੈਂ ਕਰਨੇ ਚਾਹਨਾ, 10,000 ਚਿੱਠੀ ਸਾਰੇ ਇਲਾਕੇ ਦੇ ਲੋਕਾਂ ਕੋਲ ਪਹੁੰਚਾਈ। ਤੇ ਮੈਨੂੰ ਅਣਗਿਣਤ ਫੋਨ ਆਏ ਵੀ ਅਸੀਂ ਫੈਸਲਾ ਕਰ ਲਿਆ, ਕੋਈ ਕਪੂਰ ਫੈਮਿਲੀ ਆ, ਕੋਈ ਹੋਰ ਫੈਮਿਲੀ ਆ। ਮੇਰੇ ਕਹਿਣ ਦਾ ਮਤਲਬ ਰਮਨਜੀਤ ਲਾਲੀ ਨੂੰ ਕ੍ਰਿਸਚਨ ਸਮਾਜ ਨੇ, ਮੁਸਲਿਮ ਸਮਾਜ ਨੇ, ਰਾਧਾ ਸੁਆਮੀਆਂ ਨੇ, ਕਲਾਕਾਰਾਂ ਨੇ, ਰਾਜਪੂਤ ਭਾਈਚਾਰੇ ਨੇ, ਹਰ ਵਰਗ ਦੇ ਲੋਕਾਂ ਨੇ, ਵਾਲਮੀਕ ਸਮਾਜ ਨੇ ਸੰਕਲਪ ਕੀਤਾ ਕਿ ਲਾਲੀ ਵਰਗਾ ਬੰਦਾ ਅੱਗੇ ਜਾਣਾ ਚਾਹੀਦਾ। ਜੇ ਉਹ ਭਾਵਨਾ, ਜੇ ਉਹਨਾਂ ਨੇ ਸੱਚੇ ਦਿਲੋਂ ਉਸ ਭਾਵਨਾ ਨੂੰ ਬੂਰ ਪਾ ਦਿੱਤਾ ਹੋਇਆ ਹੈ ਨਾ, ਅੱਜ ਤੁਸੀਂ ਜਾ ਕੇ ਇੰਟਰਵਿਊ ਲਓ ਲੋਕਾਂ ਦੀ, ਕੋਈ ਕੁਛ ਨਹੀਂ ਬੋਲ ਰਿਹਾ ਕਿਸੇ ਵੀ ਸੀਟ ਤੇ। ਵੋਟਰ ਅੱਜ ਕੱਲ੍ਹ ਸਿਆਣਾ ਹੈ, ਉਹਨਾਂ ਨੇ ਧਾਰਿਆ ਹੋਇਆ ਕਿ ਮੈਂ ਵੋਟ ਕਿਹਨੂੰ ਪਾਣੀ ਹੈ ਨਾ। ਇਸ ਕਰਕੇ ਮੈਨੂੰ ਉਮੀਦ ਆਸ ਆ ਕਿ ਜ਼ਰੂਰ 30-25,000 31,000 ਲੋਕ ਲਾਲੀ ਨੂੰ ਵੋਟ ਪਾ ਕੇ ਗਏ ਹੋਣਗੇ। ਉਹ ਡੈਫੀਨੇਟਲੀ ਰਮਨਜੀਤ ਲਾਲੀ ਨੂੰ 10 ਮਾਰਚ ਨੂੰ ਜਦੋਂ ਰਿਜ਼ਲਟ ਆਏਗਾ, ਲੋਕ ਇਸ ਹਲਕੇ ਦਾ ਸੇਵਾਦਾਰ ਚੁਣਨਗੇ। ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੁਹਾਡੇ ਚੈਨਲ ਰਾਹੀਂ ਕਿ ਮੇਰੀਆਂ ਉਹ 25 ਪ੍ਰਤੀਗਿਆਵਾਂ, ਜਿਹੜੀਆਂ ਪ੍ਰਤੀਗਿਆਵਾਂ ਸ਼ਹਿਰ ਦੀ ਦਿੱਖ ਨੂੰ ਬਦਲਣਗੀਆਂ, ਜਿਹੜੀਆਂ ਪ੍ਰਤੀਗਿਆਵਾਂ ਮੌਜੂਦਾ ਗੈਰ ਬਰਾਬਰੀ ਵਾਲੇ ਸਿਸਟਮ ਨੂੰ ਖਤਮ ਕਰਨਗੀਆਂ, ਜਿਹੜੀਆਂ ਪ੍ਰਤੀਗਿਆਵਾਂ ਇਨਸਾਨ ਦੀ ਦਿੱਖ ਨੂੰ ਬਦਲਣਗੀਆਂ। ਔਰ ਮੇਰਾ ਨਾਰਾ ਵੀ ਸੀ ਮੇਰੇ ਹਰ ਬੋਰਡ ਹੋਲਡਿੰਗ ਤੇ, ਸਾਡਾ ਰਮਨਜੀਤ ਲਾਲੀ ਆਏਗਾ, ਹਰ ਘਰ ਵਿੱਚ ਖੁਸ਼ੀ ਲਿਆਏਗਾ। ਰਮਨਜੀਤ ਲਾਲੀ ਮੁਫਤਖੋਰੀਆਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ। ਰਮਨਜੀਤ ਲਾਲੀ ਚਾਹੁੰਦਾ ਕਿ ਅੱਜ ਹਰ ਇੱਕ ਇਨਸਾਨ ਆਤਮ ਨਿਰਭਰ ਬਣੇ, ਮੇਰਾ ਯੂਥ ਆਤਮ ਨਿਰਭਰ ਬਣੇ, ਮੇਰਾ ਯੂਥ ਆਪਣੇ ਪੈਰਾਂ 'ਤੇ ਖੜੇ ਹੋਵੇ। ਜੇ ਅਸੀਂ ਆਰਥਿਕ ਤੌਰ 'ਤੇ ਮਜ਼ਬੂਤ ਹੋਵਾਂਗੇ, ਅਸੀਂ ਆਪਣੀਆਂ ਧਰਮਸ਼ਾਲਾ ਵੀ ਆਪ ਹੀ ਬਣਾ ਲਾਂਗੇ, ਆਪਣੇ ਗੁਰੂ ਘਰ ਵੀ ਆਪ ਬਣਾ ਲਾਂਗੇ। ਇਹਨਾਂ ਲੋਕਾਂ ਨੇ ਟਕਵੰਜ ਰਚੇ ਹੋਏ ਆ ਬਈ, ਇਹਨਾਂ ਗਰੀਬ ਗੁਰਬਿਆਂ ਦੇ ਜਾਓ, ਇਹਨਾਂ ਦੇ ਮਹੱਲੇ 'ਚ ਸ਼ਰਾਬ ਵੰਡ ਦਿਓ, ਪ੍ਰਧਾਨ ਫੜ ਲਓ, ਉਹਨੂੰ 20-50 ਹਜ਼ਾਰ ਰੁਪਈਆ ਦੇ ਲੈ ਵੀ ਜਿੱਥੇ ਲੋੜ ਆ ਵਰਤ ਲੈ ਹੈਂ। ਧਰਮਸ਼ਾਲਾ ਲਈ ਚੱਕ 5 ਲੱਖ ਰੁਪਈਆ, ਧਰਮਸ਼ਾਲਾ ਬੀਬਾ ਜਸਨੂਰ, ਧਰਮਸ਼ਾਲਾ 5 ਲੱਖ ਰੁਪਈਆ
ਧਰਮਸ਼ਾਲਾ ਦੀ ਦਿੱਖ ਬਦਲ ਸਕਦੀ ਹੈ, ਇਨਸਾਨ ਦੀ ਨਹੀਂ। ਰਮਨਜੀਤ ਲਾਲੀ ਚਾਹੁੰਦਾ ਵੀ ਇਨਸਾਨ ਦੀ ਦਿੱਖ ਬਦਲੇ। ਇਸ ਕਰਕੇ ਮੇਰੀਆਂ ਗੱਲਾਂ ਤੇ ਲੋਕਾਂ ਨੇ ਪਹਿਰਾ ਜ਼ਰੂਰ ਦਿੱਤਾ ਹੋਵੇਗਾ। ਤੁਹਾਡਾ ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਵੱਡੀ ਗਿਣਤੀ ਦੇ ਵਿੱਚ ਮੀਡੀਆ ਨੇ ਮੇਰਾ ਸਮਰਥਨ ਕੀਤਾ, ਕਿਉਂਕਿ ਮੈਂ ਹਮੇਸ਼ਾ ਮੀਡੀਆ ਦਾ ਵੈਲ ਵਿਸ਼ਰ ਰਿਹਾ। ਮੇਰੀ ਗੱਲ ਘਰ ਘਰ ਪਹੁੰਚੀ ਹੈ ਔਰ ਡੈਫੀਨੇਟਲੀ ਲੋਕਾਂ ਨੇ ਮੈਨੂੰ, ਬਹੁਤ ਸਾਰੇ ਲੋਕਾਂ ਨੇ ਕਿਹਾ, ਕਹਿੰਦੇ ਜੀ ਤੁਹਾਨੂੰ ਜਿਹੜੀ ਵੋਟ ਪੈ ਰਹੀ ਹੈ ਨਾ, ਸਾਰੀ ਸਾਇਲੈਂਟ ਪੈ ਰਹੀ ਹੈ। ਕਿਉਂ ਲੋਕਾਂ ਦੇਖੋ, ਜਦੋਂ ਬੰਦਾ ਵੋਟਰ ਜਾਂਦਾ ਨਾ, ਉਹਦੇ ਕੋਲ 13-14 ਦਿਨ ਹੁੰਦੇ ਸੋਚਣ ਨੂੰ। ਵੋਟਾਂ 20 ਨੂੰ ਸੀ, 19 ਤਰੀਕ ਨੂੰ ਸੰਵਿਧਾਨ ਨੇ, ਚੋਣ ਕਮਿਸ਼ਨ ਨੇ ਇਸੇ ਕਰਕੇ ਦਿਨ ਇੱਕ ਵਿਹਲਾ ਛੱਡਿਆ ਆ ਵੀ ਉਸ ਦਿਨ ਵੋਟਰ ਬਿਲਕੁਲ ਸ਼ਾਂਤ ਹੋ ਕੇ ਸੋਚ ਲਵੇ, ਹੈ ਨਾ, ਵੋਟ। ਇਸ ਕਰਕੇ ਭਾਈ 30-35 ਹਜ਼ਾਰ ਲੋਕਾਂ ਨੇ ਜ਼ਰੂਰ ਸੋਚਿਆ ਹੋਏਗਾ। ਆਈ ਕੈਨ ਸੇ ਵਿਦ ਕੌਨਫੀਡੈਂਸ ਡੈਫੀਨੇਟਲੀ 10 ਮਾਰਚ ਨੂੰ ਰਮਨਜੀਤ ਲਾਲੀ ਇਸ ਹਲਕੇ ਦਾ MLA ਬਣ ਕੇ ਲੋਕਾਂ ਦੀ ਸੇਵਾ ਕਰੇਗਾ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਸ਼ੁਭਕਾਮਨਾਵਾਂ ਤੁਹਾਨੂੰ 10 ਮਾਰਚ ਦਾ ਨਤੀਜਾ। ਉਮੀਦ ਹੈ ਕਿ ਲੋਕਾਂ ਨੇ ਜਿਹਦੇ ਲਈ ਵੋਟ ਕੀਤੀ ਉਹਦੇ ਹੱਕ ਵਿੱਚ ਹੀ ਆਏਗਾ। ਤਾਂ ਅੱਜ ਸਾਡੇ ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭਾਈ। ਮੈਂ ਤੁਹਾਡੇ ਚੈਨਲ ਦੇ ਰਾਹੀਂ ਸਾਰੇ ਆਪਣੇ ਜਿੰਨੇ ਦੇਖਣ ਵਾਲੇ ਆ, ਸੁਣਨ ਵਾਲੇ, ਜਿੱਥੇ ਜਿੱਥੇ ਮੇਰੀ ਆਵਾਜ਼ ਜਾਂਦੀ ਹੈ, ਹੋ ਸਕਦਾ ਹੈ ਕਿ ਇਸ 14-15 ਦਿਨਾਂ ਦੇ ਵਿੱਚ ਮੈਂ ਤੁਹਾਡੇ ਕੋਲ ਨਾ ਪਹੁੰਚ ਸਕਿਆ ਹੋਵਾਂ, ਪਰ ਤੁਹਾਡੇ ਨਾਲ ਵਾਅਦਾ ਕਰਦਾ ਕਿ ਪਰਮਾਤਮਾ ਕਰੇ, ਵਾਹਿਗੁਰੂ ਕਰੇ, ਜਿਸ ਨੇ ਉਹ ਲੀਲਾ ਰਚਾਈ ਹੈ, ਜਿਸ ਨੇ ਕੁੱਲੀ ਪਵਾਈ ਹੈ, ਕੁਝ ਚੰਗਾ ਹੀ ਹੋਏਗਾ। ਆ ਗਿਆ ਤੁਹਾਡੇ ਸਮਰਥਨ ਦੇ ਨਾਲ ਸੇਵਾਦਾਰ ਬਣ ਕੇ। ਮੈਂ ਇਕੱਲੇ ਦੇ ਘਰ ਜਾਊਂ, ਇਕੱਲੇ ਦੇ ਘਰ, ਹਰ ਬੇਟੀ ਕੋਲ, ਹਰ ਨੌਜਵਾਨ ਕੋਲ, ਹਰ ਮਾਂ-ਬਾਪ ਦੇ ਕੋਲ ਪੁੱਛੂੰਗਾ, ਬੀਬਾ ਕੀ ਤਕਲੀਫ ਹੈ, ਕੀ ਕਰਦੀ ਹੈ, ਕੀ ਕਰਨਾ ਬੇਟਾ, ਕੀ ਕਰਨਾ। ਰਮਨਜੀਤ ਲਾਲੀ ਤੁਹਾਨੂੰ ਹਿੱਸੇਦਾਰੀ ਲੈ ਕੇ ਦਊਗਾ, ਤੁਹਾਨੂੰ ਆਪਣੇ ਪੈਰਾਂ 'ਤੇ ਖੜਾ ਕਰੂਗਾ। ਔਰ ਮੈਂ ਇਹ ਵੀ ਵਾਅਦਾ ਕਰਦਾ ਐਂਡ 'ਤੇ ਕਿ ਜੇ ਰਮਨਜੀਤ ਲਾਲੀ ਉਹ ਆਪਣੀਆਂ 25 ਪ੍ਰਤਿੱਗਿਆਵਾਂ ਪੂਰੀਆਂ ਨਾ ਕਰ ਸਕਿਆ, ਦੁਆਰਾ ਕਦੇ ਵੀ ਸੰਗਤ ਦੇ ਕੋਲ ਫਿਰ ਮੈਂ ਵੋਟਾਂ ਮੰਗਣ ਨਹੀਂ ਜਾਊਗਾ। ਹੁਣ ਜੇ ਤੁਸੀਂ ਮੈਨੂੰ ਅੰਦਰ ਭੇਜ ਦਿਓਗੇ, ਉਸ ਵਿਧਾਨ ਦੇ ਅੰਦਰ, ਉਸ ਸਭਾ ਦੇ ਅੰਦਰ ਜਿੱਥੇ ਬਾਬਾ ਸਾਹਿਬ ਦਾ ਸੰਵਿਧਾਨ ਪਿਆ, ਫਿਰ ਤਾਂ ਮੈਂ ਜਲਦੀ ਨਾਲ ਫੈਸਲੇ ਕਰਵਾ ਲੂੰਗਾ। ਪਰ ਜੇ ਮੈਂ ਭਾਈ ਹਾਰ ਵੀ ਗਿਆ, ਤੁਸੀਂ ਮੇਰਾ ਨਾ ਸਮਰਥਨ ਕੀਤਾ ਹੋਇਆ, ਤੁਹਾਡੇ ਨਾਲ ਵਾਅਦਾ ਹੈ, ਫਿਰ ਮੈਨੂੰ ਟਾਈਮ ਲੱਗ ਜਾਏਗਾ। ਲੇਕਿਨ ਹਰ ਹਾਲਤ ਦੇ ਵਿੱਚ ਮੈਂ ਉਹ ਆਪਣੇ ਜੀਵਨ ਦੇ ਰਹਿੰਦੇ ਜੀ ਉਹ 25 ਪ੍ਰਤਿੱਗਿਆਵਾਂ ਪੂਰੀਆਂ ਕਰੂੰਗਾ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਅੱਜ ਸਾਡੇ ਨਾਲ ਜੁੜੇ ਸੀ ਰਮਨਜੀਤ ਲਾਲੀ, ਜੋ ਕਿ ਉੱਤਰੀ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ। ਤਾਂ ਕੀ ਵਾਅਦੇ ਕੀਤੇ ਨੇ ਲੋਕਾਂ ਦੇ ਨਾਲ, ਉਸ ਦੇ ਬਾਰੇ ਸਾਨੂੰ ਦੱਸਿਆ। ਸੋ ਇਸ ਦੀ ਰਿਪੋਰਟ ਕੈਮਰਾਮੈਨ ਟੋਨੀ ਦੇ ਨਾਲ ਜਸਨੂਰ ਤਬਨ, ਡੇਲੀ ਪੋਸਟ ਪੰਜਾਬੀ, ਲੁਧਿਆਣਾ।